ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਮੈਂ ਤੁਹਾਡੇ ਵਾਸਤੇ ਇਹੋ ਜਿਹੀ ਵੀਡੀਓ ਲੈ ਕੇ ਆਇਆ ਜਿਹੜੀ ਤੁਸੀਂ ਅੱਜ ਤੱਕ ਕਿਸੇ ਬੱਚੇ ਨੇ ਵੀ ਨਹੀਂ, ਇੰਪੋਰਟੈਂਟ ਵੀਡੀਓ ਅੱਜ ਤੱਕ ਕਦੇ ਨਹੀਂ ਲਾਈ ਹੋਣੀ ਤੇ ਨਾ ਹੀ ਕੋਈ ਇਹੋ ਜਿਹੀ ਵੀਡੀਓ ਬਣਾ ਸਕਦਾ ਹੈਗਾ। ਬਹੁਤ ਵਧੀਆ ਤਰੀਕੇ ਨਾਲ ਵੀਡੀਓ ਬਣਾਈ ਹੈ ਆਪਾਂ ਕੰਪਿਊਟਰ ਦੀ। ਇਹਦੇ ਵਿੱਚ ਕੀ ਕਰਿਆ ਹੋਇਆ ਆਪਾਂ, ਇਹਦੇ 'ਚ MCQ ਤਾਂ ਆਪਾਂ 50 ਹੀ ਕਵਰ ਕੀਤੇ ਆ, ਪਰ 50 MCQ ਦੇ ਵਿੱਚ ਆਪਾਂ ਸਾਰੀ ਥਿਊਰੀ ਵੀ ਕਵਰ ਕਰਤੀ ਨਾਲ A to Z ਪੂਰਾ। ਕਹਿਣ ਦਾ ਮਤਲਬ ਕਿ ਜਿਹੜਾ ਮੈਂ ਤੁਹਾਨੂੰ ਕਰਵਾ ਰਿਹਾ ਕੋਈ ਬੱਚਿਆਂ ਵਾਲਾ ਨਹੀਂ ਹੈਗਾ, ਹਾਈ ਲੈਵਲ ਦਾ ਕੰਪਿਊਟਰ ਹੈ, ਪੂਰਾ B.Tech ਦੇ ਲੈਵਲ ਦਾ ਕੰਪਿਊਟਰ ਹੈ ਜਿਹੜਾ ਤੁਹਾਨੂੰ ਮੈਂ ਹੁਣ ਕਰਵਾਉਣ ਜਾ ਰਿਹਾ ਹੈਗਾ। ਅਤੇ ਬਾਕੀ ਜਿਹੜੇ ਬੱਚੇ ਨੇ ਇਹ ਲੈਕਚਰ ਲਾ ਲਿਆ ਕੰਪਿਊਟਰ ਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਬੱਚਾ ਉੱਥੇ ਮੈਥ ਇੱਕ ਵੀ ਪ੍ਰਸ਼ਨ ਕੰਪਿਊਟਰ ਦਾ ਗਲਤ ਕਰਕੇ ਆਊਗਾ ਜਾਂ ਛੱਡ ਕੇ ਆਊਗਾ। ਠੀਕ ਹੈ, ਜਿਹੜੇ ਬੱਚਿਆਂ ਨੇ ਪਹਿਲਾਂ ਬਹੁਤ ਸਾਰੀਆਂ ਵੀਡੀਓ ਕਰੀਆਂ ਹੋਣਗੀਆਂ, ਤੁਸੀਂ ਅਲੱਗ-ਅਲੱਗ ਸੋਰਸਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਕੀਤੇ ਹੋਣਗੇ, ਜਦੋਂ ਕਿਸੇ ਬੁੱਕ ਤੋਂ ਕਰਿਆ ਹੋਊ, ਕਿਸੇ ਕਾਪੀ ਤੋਂ, ਕਿਸੇ ਚੈਨਲ ਤੋਂ, ਸਾਰੇ ਕਿਤੇ ਪੜ੍ਹਿਆ ਹੋਊਗਾ। ਪਰ ਇੱਕ ਵਾਰੀ ਤੁਸੀਂ ਆਹ ਵੀਡੀਓ ਲਾ ਕੇ ਦੇਖੋ, ਪਹਿਲੇ 5-4 ਪ੍ਰਸ਼ਨ ਹੀ ਲਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਕਿ ਵੀਡੀਓ ਦੇ ਵਿੱਚ ਕਿੰਨਾ ਕੁ ਤੰਤ ਹੈਗਾ, ਕਿੰਨਾ ਕੁ ਹੈ ਨਹੀਂ। ਨਾਲੇ ਤੁਸੀਂ ਇੱਕ ਆਪਣੇ ਟੈਸਟ ਦੇ ਤੌਰ 'ਤੇ ਵੀ ਇਹ ਵੀਡੀਓ ਲਾਓ। ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੀਡੀਓ ਰਹਿਣ ਵਾਲੀ ਹੈ ਇਹ। ਅਤੇ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਠੀਕ ਹੈ, ਸਬਸਕ੍ਰਾਈਬ ਕਰ ਦਿਓ ਚੈਨਲ, ਅਤੇ ਆਪਣੇ ਜਲਦੀ ਤੋਂ ਜਲਦੀ 40K ਦਾ ਟਾਰਗੇਟ ਆਪਣਾ ਪੂਰਾ ਕਰ ਦਿਓ ਭਾਈ। ਠੀਕ ਹੈ ਮੇਰੇ ਦੋਸਤੋ, ਚਲੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਪ੍ਰਸ਼ਨ ਹੈਗਾ, ਕਹਿੰਦੇ ਇਹਨਾਂ ਵਿੱਚੋਂ ਕਿਹੜੀ ਕੀ ਨੂੰ ਮੋਡੀਫਾਈ ਕੀ ਕਿਹਾ ਜਾਂਦਾ ਹੈਗਾ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈਗਾ, ਕਿਹੜੀ ਕੀ ਨੂੰ ਮੋਡੀਫਾਈ ਕੀ ਕਿਹਾ ਜਾਂਦਾ ਹੈਗਾ। ਕੰਟਰੋਲ ਅਲਟ ਸ਼ਿਫਟ, ਇਹ ਚਾਰੇ ਕੀ ਹੈ ਬੱਚੋ, ਇਹ ਜਿਹੜੀ ਚਾਰੇ ਕੀ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ, ਮੋਡੀਫਾਈ ਕੀ ਕਿਹਾ ਜਾਂਦਾ ਹੈਗਾ। ਇਹ ਗੱਲ ਧਿਆਨ ਨਾਲ ਵਿੱਚ ਰੱਖਣੀ ਹੈ ਕਿ ਇਹਨੂੰ ਕੰਟਰੋਲ ਅਲਟ ਅਤੇ ਸ਼ਿਫਟ, ਇਹਨਾਂ ਤਿੰਨਾਂ ਨੂੰ ਕਿਹੜੀ ਕੀ ਕਿਹਾ ਜਾਂਦਾ, ਮੋਡੀਫਾਈ ਕੀ ਕਿਹਾ ਜਾਂਦਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਪੁੱਤਰੋ, ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ, ਟੋਗਲ ਕੀ, ਕਿਹੜੀਆਂ ਕੀ ਹੁੰਦੀਆਂ ਹਨ ਜਿਹੜੀਆਂ ਟੋਗਲ ਕੀ ਕਹਿ ਦਿੰਦੇ ਆ। ਅੱਗੇ ਪਿਆ ਕਿ ਟੋਗਲ ਹੈਗੀ, ਇਹਨਾਂ ਨੂੰ ਕਿਹੜੀਆਂ ਕੀ ਹੁੰਦੀਆਂ, ਜਿਹੜੀਆਂ ਟੋਗਲ ਕੀ ਹੁੰਦੀਆਂ ਬੱਚੋ, ਇਹ ਇੱਕ ਸਵਿੱਚ ਦੀ ਤਰ੍ਹਾਂ ਕੰਮ ਕਰਦੀਆਂ ਹੁੰਦੀਆਂ ਹੈਗੀਆਂ। ਕਿਹਦੀ ਤਰ੍ਹਾਂ, ਇੱਕ ਸਵਿੱਚ ਦੀ ਤਰ੍ਹਾਂ ਕੰਮ ਕਰਦੀਆਂ ਹੁੰਦੀਆਂ ਕਿਹੜੀਆਂ, ਟੋਗਲ ਕੀ। ਜਿਵੇਂ ਕਿ ਔਨ ਕਰਤੀ ਚੀਜ਼, ਔਫ ਕਰਤੀ ਚੀਜ਼। ਠੀਕ ਹੈ, ਜਿੱਥੇ ਔਨ ਅਤੇ ਔਫ ਦੀ ਗੱਲ ਆ ਗਈ ਉੱਥੇ ਟੋਗਲ ਕੀ ਦੀ ਗੱਲ ਆਊਗੀ। ਕਹਿੰਦੇ ਕਿਹੜੀਆਂ ਟੋਗਲ ਕੀ ਹੈ, ਕੈਪਸ ਲੋਕ ਟੋਗਲ ਕੀ ਹੈਗੀ ਹੈ ਕਿਉਂਕਿ ਦੇਖੋ, ਜਦੋਂ ਆਪਾਂ ਇੱਕ ਵਾਰੀ ਕੈਪਸ ਲੋਕ ਦੱਬਦਾ ਅਤੇ ਵੱਡੇ ਅੱਖਰ ਪੈ ਜਾਣਗੇ, ਜਦੋਂ ਇੱਕ ਵਾਰੀ ਕੈਪਸ ਲੋਕ ਸਪੇਸ ਦੱਬਦਾ ਫਿਰ ਛੋਟੇ ਅੱਖਰ ਪੈ ਜਾਣਗੇ, ਛੋਟੀ ਏ ਪੈ ਜੂਗੀ। ਠੀਕ ਹੈ, ਇਸ ਤੋਂ ਬਾਅਦ ਸਕਰੋਲ ਕੀ ਵੀ ਆਪਣੇ ਉੱਪਰ ਦਿੱਤੀ ਵੀ ਹੁੰਦੀ ਹੈ। ਨੰਬਰ ਕੀ ਜਿਹੜੇ ਨਵੇਰੀਕਲ ਹੁੰਦੇ ਆਪਣੇ 1 ਤੋਂ ਲੈ ਕੇ 9 ਤੱਕ, 0 ਤੋਂ ਲੈ ਕੇ 9 ਤੱਕ ਹੁੰਦੇ ਜਿਹੜੇ ਆਪਣੇ ਨਵੇਰੀਕਲ ਕੀ ਹੁੰਦੇ ਆ, ਉਹ ਵੀ ਜਦ ਉਹ ਸੁੱਚ ਬੰਦ ਕਰ ਦੇਣਾ ਨਵੇਰੀਕਲ ਕੀ ਕੰਮ ਕਰਨੋਂ ਹਟ ਜੂਗੀ। ਠੀਕ ਹੈ, ਤਾਂ ਇਹ ਸਾਰੇ ਦੇ ਸਾਰੇ ਆਲ ਆਫ ਅਬਵ ਪੁੱਤਰੋ ਟੋਗਲ ਕੀ ਨੇ। ਠੀਕ ਹੈ ਬੱਚੋ, ਇਹ ਕੀ ਹੈ, ਟੋਗਲ ਕੀ ਨੇ ਜਿੰਨੀਆਂ ਵੀ ਹੈਗੀਆਂ ਰਾਜੇ। ਠੀਕ ਹੈ, ਗੱਲ ਧਿਆਨ ਨਾਲ ਸਮਝ ਲਓ। ਇਹ ਟੋਗਲ ਕੀ ਕਿਹੜੀਆਂ ਜਿਹੜੀਆਂ ਸਵਿੱਚ ਦੀ ਤਰ੍ਹਾਂ ਕੰਮ ਕਰਦੀਆਂ, ਔਨ ਅਤੇ ਔਫ। ਠੀਕ ਹੈ, ਅਤੇ ਦੂਸਰੀ ਗੱਲ ਮੇਰੇ ਦੋਸਤੋ, ਦੂਸਰੀ ਗੱਲ ਸੋਚੋ, ਦੂਸਰੀ ਗੱਲ ਕੀ ਹੈ, ਜਿਹੜੇ ਵੀ ਤਾਂ ਆਪਾਂ ਜਿਵੇਂ ਆਹ ਦੇਖੋ ਮੇਰਾ ਨਾਂ ਲਿਖਤਾ, ਤੁਹਾਨੂੰ ਮਾਸਟਰ ਬਣਾ ਦੂੰਗਾ ਮੈਂ ਕੰਪਿਊਟਰ ਦਾ। ਵੀਡੀਓ ਲਾ ਲਓ ਇੱਕ ਵਾਰੀ, ਤੁਹਾਨੂੰ ਐਂਡ 'ਤੇ ਆਪ ਹੀ ਪਤਾ ਲੱਗ ਜੂ ਕਿ ਤੁਸੀਂ ਕੀ ਕੁਛ ਸਿੱਖਿਆ ਹੈਗਾ। ਆਹ ਮੈਂ ਗਗਨ ਲਿਖਤਾ ਅਤੇ ਇੱਕ ਲਿਖਤਾ ਗਗਨ ਆਹ ਮੈਂ, ਜਿਹੜੇ ਤਾਂ ਆਹ ਲਿਖਿਆ ਗਿਆ ਇਹ ਤਾਂ ਲਿਖਿਆ ਗਿਆ ਅੱਪਰ ਕੇਸ ਦੇ ਵਿੱਚ, ਅਤੇ ਆਹ ਲਿਖਿਆ ਗਿਆ ਲੋਅਰ ਕੇਸ ਦੇ ਵਿੱਚ, ਅਤੇ ਆਹ ਲਿਖਿਆ ਗਿਆ ਹੈਗਾ ਸੈਂਟੈਂਸ ਕੇਸ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ, ਕਿਸੇ ਨੇ ਤੁਹਾਨੂੰ ਸ਼ਾਇਦ ਅੱਜ ਤੱਕ ਇਹ ਗੱਲ ਨਾ ਸਮਝਾਈ ਹੋਵੇ। ਦੇਖੋ, ਜਿਹਦੇ ਤਾਂ ਆਪਾਂ ਸਾਰੇ ਅੱਖਰ ਵੱਡੇ ਪਾਤੇ ਉਹ ਤਾਂ ਅੱਪਰ ਕੇਸ ਦੇ ਵਿੱਚ ਆ ਜਾਣੇ, ਜਿੱਥੇ ਸਾਰੇ ਅੱਖਰ ਛੋਟੇ ਕਰੈਕਟਰ ਦੇ ਵਿੱਚ ਪਾਤੇ ਉੱਥੇ ਲੋਅਰ ਕੇਸ ਕਰ ਦਾਂਗੇ, ਅਤੇ ਜਿੱਥੇ ਆਪਾਂ ਪਹਿਲਾ ਅੱਖਰ ਵੱਡਾ ਕਰਤਾ ਬਾਕੀ ਸਾਰੇ ਅੱਖਰ ਛੋਟੇ ਕਰਦੇ ਜਿਵੇਂ ਆਪਾਂ ਆਮ ਲਿਖਦੇ ਹਾਂ, ਉਹ ਆ ਜਾਣਗੇ ਆਪਣੇ ਸੈਂਟੈਂਸ ਕੇਸ ਦੇ ਵਿੱਚ। ਕਲੀਅਰ ਹੈ, ਤਾਂ ਦੂਜੇ ਦਾ ਆਨਸਰ ਆਪਸ਼ਨ ਨੰਬਰ D ਹੈਗਾ ਗਾ। ਇਸ ਤੋਂ ਬਾਅਦ ਇਹਨਾਂ ਵਿੱਚੋਂ ਕਿਹੜਾ ਇੱਕ ਪੁਆਇੰਟਰ ਡਿਵਾਈਸ ਹੈ। ਪੁਆਇੰਟਰ ਡਿਵਾਈਸ ਦਾ ਮਤਲਬ ਕੀ ਹੈ, ਕਿਸੇ ਚੀਜ਼ ਨੂੰ ਆਪਾਂ ਪੁਆਇੰਟ ਕਰਨਾ, ਕਿਸੇ ਚੀਜ਼ ਨੂੰ ਆਪਾਂ ਪੁਆਇੰਟ ਕਰਨਾ ਗਾ। ਦੇਖੋ ਜਿਵੇਂ ਮੈਂ ਹੁਣ ਆਹ ਅੱਖ ਨੂੰ, ਮਾਊਸ ਨੂੰ ਪੁਆਇੰਟ ਕਰਨਾ। ਠੀਕ ਹੈ, ਆਹ ਦੇਖੋ ਪੁਆਇੰਟ ਨਹੀਂ ਕਰਤਾ ਹੁਣ ਮੈਂ, ਧਿਆਨ ਨਾਲ ਦੇਖੋ, ਕਿਸੇ ਚੀਜ਼ ਨੂੰ ਪੁਆਇੰਟ ਕਰਨਾ, ਆਹ ਦੇਖ ਮੈਂ ਪੁਆਇੰਟ ਕਰਤਾ ਚੀਜ਼ ਨੂੰ। ਅਤੇ ਮਾਊਸ ਵੀ ਇਸ ਤਰ੍ਹਾਂ ਹੀ ਹੁੰਦਾ ਗਾ, ਮਾਊਸ ਆਏ ਜਾਂਦਾ ਹੁੰਦਾ, ਕਿਤੇ ਕਿਸੇ ਮੂਹਰੇ ਕਰ ਦਿੰਦੇ ਆਪਾਂ ਮਾਊਸ ਨੂੰ, ਕਿਤੇ ਕਿਸੇ ਮੂਹਰੇ ਕਰ ਦਿੰਦੇ ਹਾਂ। ਤਾਂ ਮਾਊਸ ਕੀ ਇੱਕ ਆਪਣੀ ਪੁਆਇੰਟਰ ਡਿਵਾਈਸ ਹੈਗੀ, ਕੀ ਇੱਕ ਪੁਆਇੰਟਰ ਡਿਵਾਈਸ ਜਦੋਂ ਆਪਾਂ ਕਿਸੇ ਚੀਜ਼ ਨੂੰ ਪੁਆਇੰਟ ਕਰਦੇ ਹਾਂ। ਪਲੋਟਰ ਦਾ ਕੀ ਕੰਮ ਹੈ, ਪਲੋਟਰ ਦਾ ਐਗਜ਼ਾਮਪਲ ਪਹਿਲੀ ਗੱਲ ਤਾਂ ਪਲੋਟਰ ਦਾ ਕੰਮ ਤਾਂ ਜਿਵੇਂ ਹੁਣ ਫਲੂਕਸੀਆਂ ਹੁੰਦੀਆਂ ਜਿਹੜੀਆਂ ਵੱਡੀਆਂ, ਇਹ ਕਰਦੇ ਹੁੰਦੇ ਆਪਾਂ। ਠੀਕ ਹੈ, ਮਨੀਟਰ ਉਹ ਹੁੰਦਾ ਜੇ ਹੁੰਦਾ ਆਪਾਂ ਕੰਪਿਊਟਰਾਂ ਦੇ ਮੂਹਰੇ LCDਆਂ ਲਾਉਣ ਲੱਗੇ, ਜਿਹੜੇ ਪੁਰਾਣੇ ਟਾਈਮ ਦੇ ਵਿੱਚ TV ਜੀ ਨਹੀਂ ਹੁੰਦੀ, TV ਜੀ ਵਾਂਗੂ ਇੱਕ ਹੁੰਦੇ ਸੀ ਮੂਹਰੇ ਪਏ ਹੁੰਦੇ ਸੀ ਕੰਪਿਊਟਰਾਂ ਦੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਨੀਟਰ। ਜੋਇਸਟਿਕ ਐਂ ਜਿਹੀ ਹੁੰਦੀ ਹੈਗੀ, ਗੇਮ ਖੇਡਣ ਵਾਸਤੇ ਵਰਤੀ ਜਾਂਦੀ ਹੈ ਜੋਇਸਟਿਕ। ਠੀਕ ਹੈ, ਅਤੇ
बस यही दसना सी, एक इम्पोर्टेंट डिवाइस है, ये भी एक इम्पोर्टेंट डिवाइस है, मॉनीटर आउटपुट डिवाइस है, आ भी एक इनपुट डिवाइस है, तो प्लोटर भी एक आउटपुट डिवाइस है। ओके, ऑप्शन नंबर ए बिल्कुल सही आंसर है। इस तो बाद बार कोड ਦੇ ਵਿੱਚ ਕਿੰਨੀਆਂ ਲੈਣਾ ਹੁੰਦੀਆਂ ਹਨ। ਬਾਰ ਕੋਡ ਨਹੀਂ ਇਹ ਲਿਖਿਆ ਜਾਂਦਾ, ਜਦੋਂ ਕੋਈ ਵੀ ਪੈਨ ਕਾਪੀ ਕੁਛ ਵੀ ਲੈ ਲਓ ਤੁਸੀਂ, ਚਾਹੇ 5 ਰੁਪਏ ਦੇ ਬਿਸਕੁਟ ਦਾ ਪੈਕਟ ਲੈ ਲਓ, ਉਹਦੇ ਮਗਰ ਬਾਰ ਕੋਡ ਨਹੀਂ ਲਿਖਿਆ ਹੁੰਦਾ। ਇਸ ਤਰ੍ਹਾਂ ਲੈਣਾ ਇਹ ਮਾਰੀਆਂ ਹੁੰਦੀਆਂ ਹੈਗੀਆਂ। ਅਤੇ ਜਿਹੜਾ ਬਾਰ ਕੋਡ ਹੁੰਦਾ ਪੁੱਤਰੋ, ਪਿਸਤੌਲ ਜਿਹਾ ਹੁੰਦਾ, ਉਹ ਲਾ ਕੇ ਜਦੋਂ ਆਪਾਂ ਕਿਤੇ ਮੌਲ ਮੂਲ 'ਚ ਜਾਂਦੇ ਹਾਂ ਜਾਂ ਕਿਤੇ ਸ਼ੋਪਿੰਗ ਕਰਨ ਜਾਂਦੇ ਹਾਂ, ਤਾਂ ਉਹ ਬਾਰ ਕੋਡ ਲਾ ਕੇ ਆਪਾਂ ਨੂੰ ਦੱਸ ਦੇਣਗੇ ਵੀ ਤੁਹਾਡੀ ਚੀਜ਼ ਦਾ ਇੰਨਾ ਰੇਟ ਹੈਗਾ। ਠੀਕ ਹੈ, ਇਹਦੇ ਬਾਰ ਕੋਡ ਦੀਆਂ ਲੈਣਾ ਹੁੰਦੀਆਂ ਹੈਗੀਆਂ। ਇਹ ਕਿੰਨੀਆਂ ਲੈਣਾ ਹੁੰਦੀਆਂ, ਇਹ ਟੋਟਲ 13 ਲੈਣਾ ਹੁੰਦੀਆਂ ਹੈਗੀਆਂ। ਠੀਕ ਹੈ, ਯਾਦ ਰੱਖਣੀਆਂ, ਟੋਟਲ ਕਿੰਨੀਆਂ ਲੈਣਾ ਹੁੰਦੀਆਂ, 13 ਲੈਣਾ ਹੁੰਦੀਆਂ ਹੈਗੀਆਂ। ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਬਾਕੀ ਇਹ ਤੁਹਾਨੂੰ ਹੋਰ ਕੁਝ ਦੱਸਦਾ, ਦੇਖੋ ਜਿਹੜਾ ਪੁਆਇੰਟ, ਇਹ ਪੁਆਇੰਟ ਆਫ ਸ਼ੈਲ 'ਤੇ ਕੰਮ ਕਰਦਾ, ਕਿਉਂਕਿ ਪੁਆਇੰਟ ਨਹੀਂ ਕਰਦੇ ਆਪਾਂ, ਇੱਕ ਤਰ੍ਹਾਂ ਪੁਆਇੰਟ ਕਰਕੇ ਫੋਟੋ ਜਿਹੀ ਖਿੱਚਦੇ ਹੁੰਦੇ ਆ। ਦੂਸਰਾ ਬਾਰ ਕੋਡ ਦੇ ਵਿੱਚ ਕੀ ਹੁੰਦਾ, ਇੱਕ ਚੀਜ਼ ਹੋਰ ਕੀ ਹੁੰਦੀ ਹੈ ਬਾਰ ਕੋਡ ਦੇ ਵਿੱਚ, ਕਹਿੰਦੇ ਜਿਹੜੇ ਪਹਿਲੇ ਅੰਕ 3 ਅੰਕ ਹੁੰਦੇ ਆ ਬਾਰ ਕੋਡ ਦੇ। ਠੀਕ ਹੈ, ਜਿਹੜੇ ਪਹਿਲੇ 3 ਅੰਕ ਹੁੰਦੇ ਇਹ ਤਾਂ ਦੱਸ ਰਹੇ ਕੰਟਰੀ ਕੋਡ, ਕਿ ਕਿਹੜੀ ਕੰਟਰੀ ਦਾ ਪ੍ਰੋਡਕਟ ਬਣਿਆ ਹੋਇਆ। ਜਿਹੜੇ ਅਗਲੇ 5 ਲੈਣਾ ਜਿਹੀਆਂ ਹੁੰਦੀਆਂ ਉਹ ਦੱਸ ਰਹੇ ਮੈਨੂਫੈਕਚਰਿੰਗ ਕੋਡ, ਕਿ ਕਿੱਥੇ ਨੂੰ ਮੈਨੂਫੈਕਚਰ ਕਰਕੇ ਬਣਾਇਆ ਗਿਆ। ਤੀਸਰਾ ਇਹਦਾ ਪ੍ਰੋਡਕਟ ਕੋਡ, ਕਿ ਪ੍ਰੋਡਕਟ ਕਿਹੜਾ ਇਹ ਪ੍ਰੋਡਕਟ ਦਾ ਕੋਡ ਹੁੰਦਾ। ਠੀਕ ਹੈ, ਪਹਿਲਾ ਹੁੰਦਾ ਕੰਟਰੀ ਕੋਡ, ਦੂਜਾ ਮੈਨੂਫੈਕਚਰਿੰਗ ਕੋਡ, ਤੀਸਰਾ ਪ੍ਰੋਡਕਟ ਕੋਡ। ਪਹਿਲੀਆਂ 3 ਲੈਣਾ ਆਪਾਂ ਨੂੰ ਕੰਟਰੀ ਕੋਡ ਦੱਸਦੀਆਂ, ਅਗਲੀਆਂ 5 ਮੈਨੂਫੈਕਚਰਿੰਗ ਅਤੇ ਪ੍ਰੋਡਕਟ ਕੋਡ ਦੱਸਦੀਆਂ। ਠੀਕ ਹੈ, ਗੱਲ ਯਾਦ ਰੱਖਣੀ। ਇਸ ਤੋਂ ਬਾਅਦ ਆ ਗਿਆ MICR। MICR ਦਾ ਕੀ ਕੰਮ ਹੈ। MICR ਬੈਂਕਾਂ ਦੇ ਵਿੱਚ ਵਰਤਿਆ ਜਾਂਦਾ। ਚੈੱਕ ਨਹੀਂ ਹੁੰਦਾ, ਜਿਹੜਾ ਆਪਾਂ ਚੈੱਕ ਹੁੰਦਾ ਸਲੋਟ, ਉਹਦੇ ਇੱਥੇ ਅੱਖਰ ਜੇ ਲਿਖੇ ਪਏ ਹੁੰਦੇ, ਉਹਨਾਂ ਨੂੰ ਰੀਡ ਕਰਦਾ ਕੌਣ, MICR। ਇਹਦੀ ਫੁੱਲ ਫਾਰਮ ਕੀ ਹੈ, ਕਹਿੰਦੇ ਮੈਗਨੈਟਿਕ ਇੰਕ ਕਰੈਕਟਰ ਰੀਡਰ, ਇਹਦੀ ਫੁੱਲ ਫਾਰਮ ਹੈ। ਅਤੇ OMR ਦੀ ਫੁੱਲ ਫਾਰਮ ਹੈਗੀ ਆ ਓਪਟੀਕਲ ਮਾਰਕ ਰੀਡਰ। BCR ਦੀ ਹੈਗੀ ਆ ਬਾਰ ਕੋਡ ਰੀਡਰ। OCR ਦੀ ਹੈਗੀ ਆ ਓਪਟੀਕਲ ਕਰੈਕਟਰ ਰੈਕੋਗਨਾਈਜੇਸ਼ਨ। ਦੇਖੋ ਜੇ ਮੈਂ ਹੁਣ ਇਹਨਾਂ ਦੇ ਇੱਕ ਆਪਰੇਸ਼ਨ ਬਣਾਉਣਾ ਹੁੰਦਾ, ਇੱਕ ਆਪਰੇਸ਼ਨ ਆਹ ਬਣ ਗਿਆ ਸੀ, 2 3 4 ਆਪਰੇਸ਼ਨ ਬਣਾ ਸਕਦਾ ਸੀ ਮੈਂ ਇਹਦੇ। ਠੀਕ ਹੈ, ਪਰ ਆਪਣੇ ਕੋਲ ਇੰਨਾ ਟਾਈਮ ਹੈ ਨਹੀਂ ਸਮਾਂ ਬਰਬਾਦ ਕਰਨ ਦਾ, ਤਾਂ ਕਰਕੇ ਪੁੱਤੋ ਜਿਹੜੀ ਚੀਜ਼ ਦਿੱਤੀ ਆ ਪੂਰੀ ਡਿਟੇਲ ਦੇ ਵਿੱਚ ਦਿੱਤੀ ਹੋਈ ਹੈ ਤੁਹਾਨੂੰ। ਠੀਕ ਹੈ, ਬਸ ਇੱਕ ਫਟਾਫਟ ਰੀਡ ਮਾਰ ਲਓ, ਆਹੀ ਟਾਈਮ ਆ ਤੁਹਾਡੇ ਕੋਲ ਹੁਣ। ਇਸ ਤੋਂ ਬਾਅਦ MSR ਦੀ ਫੁੱਲ ਫਾਰਮ ਕੀ ਹੈ, ਮੈਗਨੈਟਿਕ ਸਟ੍ਰਿਪ ਰੀਡਰ। ਇਹ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ, ਮੈਗਨੈਟਿਕ ਸਟ੍ਰਿਪ ਰੀਡਰ। ਇਹ ਜਿਹੜਾ ਵੀ ਆਪਣਾ ਕੋਈ ਡੈਬਿਟ ਕਾਰਡ ਹੁੰਦਾ ਗਾ ਜਾਂ ਆਪਣਾ ATM ਕਾਰਡ ਹੁੰਦਾ ਗਾ, ਉਹਦੇ ਮਗਰ ਨਾ ਇੱਥੇ ਇੱਕ ਕਾਲੀ ਜਿਹੀ ਪੱਟੀ ਲੱਗੀ ਵੀ ਹੁੰਦੀ ਹੈ, ਇੱਥੇ ਇੱਕ ਕਾਲੀ ਜਿਹੀ ਪੱਟੀ ਹੁੰਦੀ ਹੈ ਚਮਕਣੀ ਜੀ, ਉਹ ਜਿਹੜੀ ਕਾਲੀ ਜਿਹੀ ਪੱਟੀ ਹੁੰਦੀ ਹੈ ਉਹਨੂੰ MSR ਕਹਿ ਦਿੰਦੇ ਆ, ਮੈਗਨੈਟਿਕ ਸਟ੍ਰਿਪ ਰੀਡਰ। ਓਕੇ, ਆਹ ਲਿਖਿਆ ਹੋਏਗਾ। ਇਸ ਤੋਂ ਬਾਅਦ ਆ ਗਿਆ SRS ਦਾ ਪੂਰਾ ਨਾਮ ਕੀ ਹੈ, ਸਪੀਚ ਰੈਕੋਗਨਾਈਜੇਸ਼ਨ ਸਿਸਟਮ। SRS ਕੰਮ ਕਰਦਾ, ਅਤੇ ਇਹ ਇੱਕ ਕੀ ਹੈ, ਇਨਪੁਟ ਡਿਵਾਈਸ ਹੈਗੀ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਹਾਈਬ੍ਰਿਡ ਕੰਪਿਊਟਰ ਕਿਹੜੇ ਹੁੰਦੇ ਆ। ਹਾਈਬ੍ਰਿਡ ਕੰਪਿਊਟਰ ਉਹ ਹੁੰਦੇ ਜਿਹੜੇ ਡਿਜੀਟਲ ਪਲੱਸ ਐਨਾਲੌਗ ਦੋਨੇ ਕੰਪਿਊਟਰ ਨੂੰ ਮਿਲਾ ਕੇ ਜਿਹੜਾ ਕੰਪਿਊਟਰ ਬਣਦਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਹਾਈਬ੍ਰਿਡ ਕੰਪਿਊਟਰ। ਇਹ ਗੱਲ ਯਾਦ ਰੱਖਣੀ ਹੈ। ਅਤੇ ਜਿਹੜਾ ਹਾਈਬ੍ਰਿਡ ਕੰਪਿਊਟਰ ਹੁੰਦਾ ਇਹ ਕਿਹੜੇ ਹੁੰਦੇ ਆ, ਕਹਿੰਦੇ ECG ਕਰਵਾਉਣੇ, ਜਿੱਥੇ ਆਪਾਂ ECG ਦਾ ਮਤਲਬ ਹੈਗਾ ਇਲੈਕਟ੍ਰੋ ਕਾਰਡੀਓਗ੍ਰਾਫੀ। ਕਾਰਡੀਓ ਦਾ ਮਤਲਬ ਹੁੰਦਾ ਹਾਰਟ ਨੂੰ ਸਾਇੰਸ ਦੀ ਭਾਸ਼ਾ ਦੇ ਵਿੱਚ ਕਾਰਡੀਓ ਕਿਹਾ ਜਾਂਦਾ ਗਾ। ਜਿਹੜਾ ਆਪਾਂ ਕਹਿੰਦੇ ਆਪਾਂ ਕਹਿੰਦੇ ਆਪਾਂ ਨੂੰ ਡਾਕਟਰ ਕਹਿੰਦਾ ਵੀ ECG ਕਰਵਾ ਕੇ ਲਿਆਓ। ECG ਮਤਲਬ ਉਹਦੀ ਦਿਲ ਦੀ ਹੁੰਦੀ ਹੈ। ਠੀਕ ਹੈ, MRI ਫੁੱਲ ਫਾਰਮ ਕੀ ਹੁੰਦੀ ਹੈ, ਮੈਗਨੈਟਿਕ ਰਿਸੋਰਸ ਰੈਜੋਨੈਂਸ ਇਮੇਜ, MRI ਫੁੱਲ ਫਾਰਮ ਹੁੰਦੀ ਹੈ। ਠੀਕ ਹੈ, ਤਾਂ ਦੋਨੇ ਇਹ ਕਾਹਦੀਆਂ ਹੈਗੀਆਂ, ਹਾਈਬ੍ਰਿਡ ਕੰਪਿਊਟਰ ਦੀਆਂ ਐਗਜ਼ਾਮਪਲਾਂ ਹੈਗੀਆਂ। ਆਹ ਦੇਖੋ ਜਿਹੜੇ ਐਨਾਲੌਗ ਕੰਪਿਊਟਰ ਹੁੰਦੇ, ਇਹ ਕਿਹੜੇ ਹੁੰਦੇ, ਐਨਾਲੌਗ ਕੰਪਿਊਟਰ ਤਾਂ ਉਹ ਹੁੰਦੇ ਜਿਵੇਂ ਆਪਾਂ ਗੱਡੀ ਚਲਾਉਂਦੇ, ਆਪਣੇ ਮੋਟਰਸਾਈਕਲ ਚਲਾਉਂਦੇ ਆ, ਮੋਟਰਸਾਈਕਲ ਦੇ ਵਿੱਚ ਸਪੀਡ ਮੀਟਰ ਆ ਗਿਆ, ਆਪਣੇ ਘਰੇ ਵੋਲਟੇਜ ਵਾਲੇ ਉਹ ਲੱਗੇ ਹੋਏ ਹੁੰਦੇ ਆ ਘਰੇ, ਵੋਲਟੇਜ ਜ਼ਿਆਦਾ ਘੱਟਦੀ ਵੱਧਦੀ ਆ ਵੋਲਟੇਜ, ਉਹ ਵੋਲਟਾਮੀਟਰ ਹੋ ਗਏ, ਥਰਮੋਮੀਟਰ ਹੋ ਗਿਆ। ਠੀਕ ਹੈ, ਇਹ ਸਾਰੀਆਂ ਐਨਾਲੌਗ ਦੀਆਂ ਐਗਜ਼ਾਮਪਲ ਹੈ। ਡਿਜੀਟਲ ਕੰਪਿਊਟਰ ਦੀਆਂ ਉਦਾਹਰਨਾਂ ਕਿਹੜੀਆਂ, ਡਿਜੀਟਲ ਦੇ ਵਿੱਚ ਜਿਵੇਂ ਸੁਪਰ ਕੰਪਿਊਟਰ ਹੋ ਗਿਆ, ਮੇਨ ਫਰੇਮ ਕੰਪਿਊਟਰ ਹੋ ਗਿਆ, ਮਿਨੀ ਕੰਪਿਊਟਰ ਹੋ ਗਿਆ, ਮਾਈਕਰੋ ਕੰਪਿਊਟਰ, ਲੈਪਟਾਪ, ਤਾਂ ਆਪਣੇ ਮੋਬਾਈਲ, ਇਹ ਸਾਰੇ ਕਾਹਦੇ 'ਚ ਆ ਜਾਂਦੇ, ਇਹ ਡਿਜੀਟਲ ਕੰਪਿਊਟਰ ਦੇ ਵਿੱਚ ਆ ਜਾਂਦੇ ਆ। ਅਤੇ ਐਨਾਲੌਗ ਪਲੱਸ ਡਿਜੀਟਲ ਨੂੰ ਮਿਲਾ ਕੇ ਜਿਹੜਾ ਕੰਪਿਊਟਰ ਬਣਦਾ ਉਹਨੂੰ ਆਪਾਂ ਕਹਿੰਦੇ ਹਾਂ ਹਾਈਬ੍ਰਿਡ ਕੰਪਿਊਟਰ। ਇਹ ਗੱਲ ਯਾਦ ਰੱਖਣੀ, ਕਿਸਮਾਂ ਵੀ ਯਾਦ ਰੱਖਿਓ ਦੋਨਾਂ ਦੀਆਂ। ਜਿਹੜਾ ਸੁਪਰ ਕੰਪਿਊਟਰ ਹੁੰਦਾ ਗਾ, ਇਹਦੀ ਸਪੀਡ ਨੂੰ ਕਿਸੇ ਨਾਲ ਮਿਣਿਆ ਜਾਂਦਾ ਗਾ, DPI ਨਾਲ ਮਿਣਿਆ ਜਾਂਦਾ, ਡਾਟ ਪਰ ਇੰਚ ਇਹਨਾਂ ਦਾ ਸਕਰੀਨ ਨੂੰ ਮਿਣਿਆ ਜਾਂਦਾ ਗਾ, ਤਾਂ ਇਹਨੂੰ ਮਿਣਿਆ ਜਾਂਦਾ ਵੀ ਆਪਸ਼ਨ ਨੰਬਰ C ਦਾ ਬਿਲਕੁਲ ਸਹੀ ਆਨਸਰ ਹੈ। ਫਲੋਪਸ ਨਾਲ ਸੁਪਰ ਕੰਪਿਊਟਰ ਦੀ ਸਪੀਡ ਨੂੰ ਮਿਣਿਆ ਜਾਂਦਾ ਗਾ। ਇਹਦੀ ਫੁੱਲ ਫਾਰਮ ਕੀ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਠੀਕ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ, ਜਿਹਨਾਂ ਸੁਪਰ ਕੰਪਿਊਟਰ ਦੀ ਸਪੀਡ ਨੂੰ ਮਾਪਿਆ ਜਾਂਦਾ ਗਾ। ਇਸ ਤੋਂ ਬਾਅਦ ਅਗਲਾ ਕਹਿੰਦੇ ਵਰਲਡ ਦਾ ਫਸਟ ਸੁਪਰ ਕੰਪਿਊਟਰ ਦਾ ਨਾਮ ਕੀ ਸੀ। ਦੁਨੀਆ ਦਾ ਪਹਿਲਾ ਫਸਟ ਕੰਪਿਊਟਰ ਸੀ ਸੀਰੇ ਕਿਹਨੇ ਬਣਾਇਆ ਸੀ, USA ਨੇ ਬਣਾਇਆ ਸੀ 1976 ਦੇ ਵਿੱਚ।
ठीक है, ये गल याद रखनी है। सीरीज तो अपना किहड़ा सी, अपना हैगा सी परम 8000, ठीक है। आ सीरीज सी अपना पहला सुपर कंप्यूटर दुनिया का। हार्ट ऑफ कंप्यूटर किहनूं कहा जाता है? हार्ट ऑफ कंप्यूटर दिल किस नूं कहा जाता है? कहते कंप्यूटर दिल SMP नूं कहा जाता है कि माइक्रो प्रोसैसर नूं? ज़्यादातर तो ऑप्शनल के माइक्रो प्रोसैसर ही आंसर आऊगा, पर कई के SMP भी लिखा हुआ है, तां करके इस दोनों एग्जाम्पल इकट्ठियां नहीं मिलणगियां, ठीक है। SMC का की मतलब होंदा, ये होंदा स्विच मोड पावर सप्लाई, ठीक है। बस माइक्रो प्रोसैसर ही ला के आयो, सी ऑप्शन का ना ला के आयो, जब माइक्रो प्रोसैसर ही आंसर ला के आयो। हार्ट ऑफ कंप्यूटर माइक्रो प्रोसैसर, तो ब्रेन ऑफ कंप्यूटर CPU सेंट्रल प्रोसैसिंग यूनिट। यूटिलिटी सॉफ्टवेयर किहड़े हुंदे आ? यूटिलिटी सॉफ्टवेयर ये इन जो यूटिलिटी सॉफ्टवेयर होंगे, देखो अपने कई तरह के सॉफ्टवेयर होंगे। एक तो होंगे अपने एप्लीकेशन सॉफ्टवेयर, एक होंगे अपने सिस्टम सॉफ्टवेयर, एक होंगे यूटिलिटी सॉफ्टवेयर। जो एप्लीकेशन सॉफ्टवेयर होंगे तो किसी विशेष काम लिए बनाए जाते, स्पैशल परपस लिए बनाए जाते हैं, जिमें अपना MS वर्ड हो, MS ऑफिस हो गया, ये सारे एप्लीकेशन सॉफ्टवेयर है। सिस्टम सॉफ्टवेयर जो अपने सिस्टम को ऑपरेट करते हैं, ठीक है, उन्होंने आप कहते सिस्टम सॉफ्टवेयर। यूटिलिटी सॉफ्टवेयर वो होंगे जेकर अपने कंप्यूटर के कोई वायरस आ गया तो उस वायरस को खत्म कौन करूँगा? यूटिलिटी सॉफ्टवेयर उसको खत्म करना। कि कहना मतलब कितने पे इसका काम वायरस को खत्म करना है। ऑप्शन नंबर A है बिल्कुल सही आंसर है। तुम ये ना समझो कि बच्चों में काली कर रहे हैं क्योंकि टाइम घट है, ठीक है, लगातार स्टडी करी चलो। इस तो बाद बूटिंग की होंगी है? बूटिंग कहते जो कंप्यूटर के जो रैम का डाटा रोम पर चढ़ता है, जो आप कंप्यूटर स्टार्ट करता, जो कंप्यूटर आप कोई भी गेम खेडते हैं कंप्यूटर के कुछ भी करते हो, सारा कुछ रैम पर होंगे पुत्तर। जिमें कोई चैट करते हो तुम, सारा कुछ रैम पर होंगे वो काम, ठीक है। तो करके ना जिन्नी मतलब मोबाइल की रैम या कंप्यूटर की रैम ज़्यादा होगी, उन्ना कंप्यूटर बढ़िया समूथली काम करूँगा। तो कहते एक तो होंगी अपने मोबाइल के रोम, एक होंगी है रैम, ठीक है। तो ठीक है जी। बूटिंग की होंगी है बच्चों? बूटिंग होंगी है जो कंप्यूटर के जो कंप्यूटर चलाता, जिहड़ा रोम के डाटा पिया होगा, जो वो रैम के उपर चढ़ूगा, रोम के पिया डाटा जो रैम के उपर चढ़ूगा, उन्होंने आप कहांगे बूटिंग। ये गल ध्यान सुन लो, ठीक है। यदा आंसर किहड़ा हो गया? आंसर हो गया जो रोम जो डाटा रैम का डाटा, ये गलत लिखा गया, जो रोम का डाटा रैम उपर चढ़ता है तो उसनों बूटिंग कहा जाता है। ये आंसर है भाई, ये इतने ना रैम की थां ते रोम जो रोम का डाटा रैम पर चढ़ता है उसनों बूटिंग कहा जाता। बूटिंग दो तरह की होंगी है, किहड़ी होंगी है? देखो बूटिंग दो तरह की होंगी है, कोल्ड बूटिंग तो हॉट बूटिंग या बर्म बूटिंग। जी कोल्ड बूटिंग होंगी जो आप कंप्यूटर को चलाने जो बंद करके कंप्यूटर चलाने और जो कंप्यूटर चलूगा उन्होंने कहा कूल्ड बूटिंग। जो कई बार अपना मोबाइल या कंप्यूटर अपना हैंग नहीं हो जाता, आप रीस्टार्ट कर लें तो रीस्टार्ट कि बूटिंग के आऊगा? बर्म बूटिंग या हॉट बूटिंग, ठीक है, गर्म बूटिंग के आऊगा। जो कंप्यूटर आप रीस्टार्ट करते हैं उदों हॉट बूटिंग होगी। जो कंप्यूटर आप सीधा चला लिया आप जाके बंद पिया कंप्यूटर, जब आप चलावांगे तो कंप्यूटर जो चलूगा उदों आप कहांगे कोल्ड बूटिंग। ये गल ध्यान रखनी है, ठीक है जी। इस तो बाद आ चीज़ां देख लो, ये चीज़ां बहुत इंपॉर्टेंट ने। कहने विंडो के किहड़े वर्जन आए हुए है। पिछली बार पेपर के विंडो के वर्जन पाते सी अलग अलग, पर उन्होंने आए कहता कि किहड़ा विंडो का वर्जन नहीं है। तो देखो विंडो 1.0 भी आया हुआ, 2.0 भी आया हुआ, 3.0 भी आया हुआ, ठीक है। गल याद रखनी है 1 2 3 ये आए हुए है। इस तो बाद 95 आया हुआ, 95 तो बाद 97 आया हुआ, 97 तो बाद सीधा 2000 आया हुआ, 2000 तो बाद आया हुआ XP तो बाद विस्टा तो बाद 2 7, इस तो बाद 7 8 10, ठीक है। दोबारा फिर देख लो किहड़े वर्जन आए हुए? 1.0 2.0 3.0 95 97 2000 XP विस्टा 7 8 10, ठीक है, 7 8 10। ये याद रखना चंगी तरह। इस तो बाद आ गया कहते ओपन सोर्स ऑपरेटिंग सिस्टम किहड़े हुंदे आ? ओपन सोर्स ऑपरेटिंग सिस्टम वेरी 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 इंपॉर्टेंट ऑपरेशन है, नहीं भुलना पक्का तौर पर भी। कहते ओपन सोर्स ऑपरेटिंग सिस्टम किहड़े हुंदे? लिनक्स हुंदा, यूनिक्स हुंदा, दोवें हुंदे कि कोई नहीं हुंदा? तो भाई जो ऑपरेटिंग ओपन सोर्स ऑपरेटिंग सिस्टम होंगे ये होंगे C नंबर ऑप्शन, लिनक्स तो यूनिक्स। लिनक्स तो यूनिक्स होंगे ये ऑपरेटिंग सिस्टम होंगे अपने, ठीक है। एक गल तुहानूं होर दसदा कि जो ये ऑपरेटिंग होंगे CUI ते काम करता। देखो जो लिनक्स हो गया, एक यूनिक्स हो गया, ये तो करता गा CUI ते काम। जोड़ा अपना MS हो गया, MS विंडो हो गया, विंडो ऑपरेटिंग सिस्टम या होर भी जी भी ऑपरेटिंग सिस्टम है, अपने एप्पल का ऑपरेटिंग सिस्टम हो गया, तो अपना एंड्रॉयड ऑपरेटिंग सिस्टम हो गया,
ਮਾਈਕਰੋਸੋਫਟ ਆਪਰੇਟਿੰਗ ਸਿਸਟਮ ਹੋ ਗਿਆ, ਇਹ ਜਿੰਨੇ ਵੀ ਆਪਰੇਟਿੰਗ ਸਿਸਟਮ ਆ ਇਹ ਸਾਰੇ ਕੰਮ ਕਰਦੇ GUI 'ਤੇ। ਹੁਣ ਤੁਹਾਨੂੰ GUI ਅਤੇ CUI ਦੇ ਵਿੱਚ ਫਰਕ ਦੱਸਦਾ ਮੈਂ ਕੀ ਹੁੰਦਾ, ਧਿਆਨ ਨਾਲ ਸੁਣਨੀ ਗੱਲ। ਹੁਣ ਇਹਦਾ ਮਤਲਬ ਹੁੰਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ, ਇਹਦਾ ਮਤਲਬ ਹੁੰਦਾ ਕਮਾਂਡ ਯੂਜ਼ਰ ਇੰਟਰਫੇਸ। ਗ੍ਰਾਫਿਕਲ ਦੇ ਵਿੱਚ ਕੀ ਹੁੰਦਾ, ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੁੰਦਾ ਇਹਦੇ ਵਿੱਚ ਕੀ ਹੁੰਦਾ ਗ੍ਰਾਫਿਕਲ ਦੇ ਵਿੱਚ GUI ਦੇ ਵਿੱਚ। ਜਿਵੇਂ ਆਹ ਮੇਰਾ ਮੋਬਾਈਲ ਹੈਗਾ, ਆਹ ਮੇਰਾ ਮੋਬਾਈਲ ਹੈ, ਮੈਂ WhatsApp ਖੋਲ੍ਹਣਾ, ਇੱਥੇ WhatsApp ਪਿਆ ਹੋਊ, ਇੱਥੇ ਮੈਸੇਜ ਪਿਆ, ਇੱਕ ਮਿੰਟ, ਇੱਥੇ ਮੈਸੇਜ ਪਿਆ, ਠੀਕ ਹੈ, ਅਤੇ ਇੱਥੇ ਆਪਣਾ ਪਿਆ ਹੈਗਾ ਇੰਸਟਾਗ੍ਰਾਮ, ਸਾਰਾ ਕੁਛ ਉੱਪਰ ਸ਼ੋਅ ਹੋਈ ਜਾਂਦਾ ਨਾ। ਆਪਾਂ ਜਿਹਦੇ ਉੱਤੇ ਆਪਾਂ ਕਲਿੱਕ ਕਰਤੀ ਉਹੀ ਐਪ ਖੁੱਲ੍ਹ ਜੂਗੀ, ਠੀਕ ਹੈ। ਇਹ ਹੁੰਦਾ GUI। ਪਰ ਜਿਹੜਾ ਹੁੰਦਾ CUI ਇਹਦੇ ਵਿੱਚ ਕਮਾਂਡ ਦੇਣੀ ਪੈਂਦੀ ਹੈ, ਕਹਿੰਦਾ ਮਤਲਬ ਥੱਲੇ ਲਿਖਣਾ ਪਊਗਾ ਕਿ ਜੇ ਆਪਾਂ WhatsApp ਖੋਲ੍ਹਣਾ ਤਾਂ ਇੱਥੇ WhatsApp ਜਾਂ ਕੋਈ ਵੀ ਜਿਹੜਾ ਕੋਡ ਹੋਊਗਾ ਉਹ ਟਾਈਪ ਕਰਨਾ ਪਊ, ਇਸ ਤੋਂ ਬਾਅਦ ਖੁੱਲੂਗਾ ਉਹ। ਉਹਦੇ ਤੁਹਾਨੂੰ ਸਕਰੀਨ ਦੇ ਉੱਪਰ ਕੁਛ ਵੀ ਸ਼ੋਅ ਨਹੀਂ ਹੋਊਗਾ, ਮੈਨੂ ਵਗੈਰਾ, ਠੀਕ ਹੈ। ਇਹਦੀ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਹਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ। ਇਹਦੀ ਸਿਕਿਉਰਿਟੀ ਆਪਣੇ ਦੀ GUI ਹੈ ਜਿਹੜੀ ਘੱਟ ਹੁੰਦੀ ਹੈ, ਠੀਕ ਹੈ। ਅਤੇ ਜਿਹੜਾ ਆਪਰੇਟਿੰਗ ਸਿਸਟਮ ਦਾ ਲਿਨਕਸ ਅਤੇ ਯੂਨਿਕਸ ਆਪਰੇਟਿੰਗ ਸਿਸਟਮ, ਇਹਨੂੰ ਲੋਕ ਬਹੁਤ ਘੱਟ ਵਰਤਦੇ ਕਿਉਂਕਿ ਇਹ ਚਲਾਉਣਾ ਵੀ ਬਹੁਤ ਔਖਾ ਹੈਗਾ। ਪਰ ਇਹ ਨਾ ਬਹੁਤ ਵੱਡੇ ਪ੍ਰੋਜੈਕਟਾਂ ਦੇ ਵਿੱਚ ਚਲਾਇਆ ਜਾਂਦਾ ਜਿੱਥੇ ਬਹੁਤ ਜ਼ਿਆਦਾ ਸਿਕਿਉਰਿਟੀ ਦਾ ਕੰਮ ਹੋਵੇ, ਠੀਕ ਹੈ। ਇਹ ਗੱਲ ਯਾਦ ਰੱਖਣੀ। ਓਪਨ ਸੋਰਸ ਆਪਰੇਟਿੰਗ ਸਿਸਟਮ ਸਿਰਫ 2 ਹੈ, ਲਿਨਕਸ ਅਤੇ ਯੂਨਿਕਸ। C ਨੰਬਰ ਆਪਸ਼ਨ ਦਾ CUI 'ਤੇ ਕੰਮ ਕਰਦਾ, ਕਮਾਂਡ 'ਤੇ ਕੰਮ ਕਰਦਾ। ਇਸ ਨੂੰ ਕਮਾਂਡ ਵੀ ਦੱਸਤੀ, ਕਮਾਂਡ ਤਾਂ ਹੁੰਦੀ ਹੈ ਕੋਈ ਅੱਖਰ ਭਰ ਕੇ ਫੰਕਸ਼ਨ ਨਿਕਲੂਗਾ। ਅਤੇ GUI ਕੀ ਹੁੰਦੀ, ਆਪਾਂ ਸਿੱਧਾ ਆਪਣੇ ਸਾਹਮਣੇ ਪਏ ਹੋਣਗੇ, ਜੇ WhatsApp ਪਿਆ ਹੁੰਦਾ ਆਪਣੇ ਮੋਬਾਈਲ ਦੇ ਵਿੱਚ, ਸਿਰਫ ਗ੍ਰਾਫਿਕ ਸਾਹਮਣੇ ਪਏ, ਆਪਾਂ ਓਕੇ ਕਰਕੇ ਵਿੱਚ ਜਾਣਾ ਉਹਦੇ, ਠੀਕ ਹੈ। ਅਸੈਂਬਲਰ ਕੀ ਹੁੰਦਾ, ਕਹਿੰਦੇ ਅਸੈਂਬਲਰ ਦਾ ਕੀ ਕੰਮ ਹੈ, ਕਹਿੰਦੇ ਜਿਹੜਾ ਅਸੈਂਬਲਰ ਹੁੰਦਾ ਇਹ ਕੀ ਕਰਦਾ, ਕਹਿੰਦੇ ਸੋਰਸ ਕੋਡ ਨੂੰ ਆਬਜੈਕਟ ਕੋਡ ਦੇ ਵਿੱਚ ਬਦਲਦਾ, ਮੈਨਮੈਨਿਕ ਕੋਡ ਨੂੰ ਆਬਜੈਕਟ ਕੋਡ ਦੇ ਵਿੱਚ ਬਦਲਦਾ। ਤਾਂ ਭਾਈ ਜਿਹੜਾ ਸੋਰਸ ਕੋਡ ਹੈ ਉਹਦਾ ਹੀ ਦੂਸਰਾ ਨਾਮ ਹੈਗਾ ਮੈਨਮੋਨਿਕ ਕੋਡ, ਦੋਨਾਂ ਦਾ ਮਤਲਬ ਸੇਮ ਹੀ ਹੈ, ਠੀਕ ਹੈ। ਇਹਦਾ ਮਤਲਬ ਕਿ ਸੋਰਸ ਕੋਡ ਟੂ ਆਬਜੈਕਟ ਕੋਡ ਜਾਂ ਮੈਨਮੋਨਿਕ ਟੂ ਆਬਜੈਕਟ ਕੋਡ ਦੋਵੇਂ ਇੱਕ ਹੀ ਚੀਜ਼ ਹੈਗੀ। ਅਸੈਂਬਲਰ ਦਾ ਕੰਮ ਹੁੰਦਾ ਇਹਨਾਂ ਨੂੰ ਬਦਲਣਾ। ਤਾਂ C ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਇਸ ਤੋਂ ਬਾਅਦ ਥੱਲੇ ਆ ਜਾਓ, ਕੰਪਾਈਲਰ ਸਾਰੇ ਪ੍ਰੋਗਰਾਮ ਨੂੰ ਇੱਕੋ ਸਮੇਂ, ਜਿਹੜਾ ਕੋਈ ਆਪਾਂ ਜਿਵੇਂ ਆਹ ਪੇਜ ਹੈ, ਇਹ ਪੇਜ ਨੂੰ ਆਪਾਂ ਹੋਰ ਲੈਂਗੁਏਜ ਦੇ ਵਿੱਚ ਬਦਲਣਾ, ਟਰਾਂਸਲੇਟ ਕਰਨਾ, ਤਾਂ ਇੱਕ ਵਾਰੀ ਟਰਾਂਸਲੇਟ ਕਰ ਦੂਗਾ ਇਹ ਸਾਰੇ ਨੂੰ। ਇਹ ਕੀ ਕਰ ਦੂਗਾ, ਇੱਕ ਵਾਰੀ ਟਰਾਂਸਲੇਟ ਕਰ ਦੂ। ਜਿਹੜਾ ਇੰਟਰਪ੍ਰੇਟਰ ਹੈ ਇਹ ਪਹਿਲਾਂ ਇੱਕ ਲਾਈਨ ਨੂੰ ਟਰਾਂਸਲੇਟ ਕਰੂ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਫਿਰ ਚੌਥੀ ਨੂੰ। ਇਹ ਤਾਂ ਲਾਈਨ ਬਾਈ ਲਾਈਨ ਟਰਾਂਸਲੇਟ ਕਰੂਗਾ, ਅਤੇ ਕੰਪਾਈਲਰ ਇੱਕ ਵਾਰੀ 'ਚ ਸਾਰਾ ਪੇਜ ਟਰਾਂਸਲੇਟ ਕਰ ਦੂਗਾ, ਠੀਕ ਹੈ। ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਮੈਕ, ਮੀਡੀਆ ਐਕਸੈਸ ਕੰਟਰੋਲ। ਮੈਕ ਦੀ ਫੁੱਲ ਫਾਰਮ ਕੀ ਹੈ, ਮੀਡੀਆ ਐਕਸੈਸ ਕੰਟਰੋਲ। ਕਹਿੰਦੇ ਕਿੰਨੇ ਬਿੱਟ 'ਤੇ ਕੰਮ ਕਰਦਾ, ਇਹ ਕਰਦਾ 48 ਬਿੱਟ 'ਤੇ ਕੰਮ, ਠੀਕ ਹੈ। ਜਿਹੜਾ MAC ਹੈ ਕਿੰਨੇ 'ਤੇ ਕੰਮ ਕਰਦਾ, ਇਹ ਕਰਦਾ 48 ਬਿੱਟ 'ਤੇ ਕੰਮ। ਇਹ ਗੱਲ ਯਾਦ ਰੱਖਣੀ ਹੈ। ਦੇਖੋ ਜ਼ਿਆਦਾ 48 ਬਿੱਟ ਵੀ ਲਿਖਿਆ ਜਾ ਸਕਦਾ ਜਾਂ 6 ਬਾਈਟ ਵੀ ਲਿਖਿਆ ਸਕਦਾ ਹੈ। ਅਤੇ ਇਹ ਹੈਕਸਾਡੈਸੀਮਲ 'ਤੇ ਕੰਮ ਕਰਦਾ 6 'ਤੇ, ਠੀਕ ਹੈ। ਹੈਕਸਾਡੈਸੀਮਲ ਦਾ 6। ਇਸ ਤੋਂ ਬਾਅਦ ਇਹ ਫਲੋਪੀ ਡਿਸਕ ਹੁੰਦੀ ਹੈ, FDD ਫੁੱਲ ਫਾਰਮ ਹੁੰਦੀ ਹੈ ਫਲੋਪੀ ਡਿਸਕ ਡਰਾਈਵ। ਇਹ ਪਹਿਲਾਂ ਦੇ ਟਾਈਮਾਂ ਦੇ ਵਿੱਚ ਵਰਤੀ ਜਾਂਦੀ ਹੁੰਦੀ ਸੀ, ਜਿਹਦੀ ਮੈਮਰੀ ਬਹੁਤ ਘੱਟ ਹੁੰਦੀ ਸੀ। ਅੱਜ ਦੇ ਟਾਈਮ ਦੇ ਵਿੱਚ ਤਾਂ ਇਹਦੀ ਥਾਂ 'ਤੇ ਹਾਰਡ ਡਿਸਕ ਵਰਤੀ ਜਾਂਦੀ ਹੈ, ਹਾਰਡ ਡਿਸਕ ਡਰਾਈਵ ਵਰਤੀ ਜਾਂਦੀ ਹੈ, HDD ਵਰਤੀ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਇਹਦੇ ਵਾਸਤੇ। ਪਹਿਲਾਂ ਦੇ ਸਮਾਂ ਦੇ ਵਿੱਚ ਇਹਦੇ 'ਚ FDD ਵਰਤੀ ਜਾਂਦੀ ਸੀ। ਇਹ 'ਚ ਕਿੰਨੇ ਖਾਨੇ ਹੁੰਦੇ ਸੀ FDD ਦੇ ਵਿੱਚ, 2 ਖਾਨੇ ਹੁੰਦੇ ਸੀ, A ਅਤੇ B। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ C, A ਅਤੇ B 2 ਖਾਨੇ ਹੁੰਦੇ ਸੀ ਫਲੋਪੀ ਡਿਸਕ ਦੇ ਵਿੱਚ। ਅਤੇ ਇਹਦਾ ਏਰੀਆ ਕਿੰਨਾ ਹੁੰਦਾ ਸੀ, ਬਿਆਸ 3.25 ਇੰਚ, ਅਤੇ ਇਹਦੀ ਮੈਮਰੀ ਕਿੰਨੀ ਹੁੰਦੀ ਸੀ 1.44 MB। ਯਾਦ ਰੱਖਣੀ ਹੈ, ਠੀਕ ਆ। ਦੇਖੋ ਇਹ ਹਾਰਡ ਡਿਸਕ, ਠੀਕ ਹੈ, ਇਹਦਾ 3.5 ਬਿਆਸ ਹੁੰਦਾ ਸੀ, 1.44 ਦੀ ਮੈਮਰੀ ਹੁੰਦੀ ਸੀ। ਕਹਿੰਦੇ ਜਿਹੜੀ ਫਲੋਪੀ ਡਿਸਕ ਡਰਾਈਵ ਹੁੰਦੀ ਹੈ FDD, ਉਹਦੇ ਕਿੰਨੇ ਖਾਨੇ ਹੁੰਦੇ, ਉਹਦੀ ਹਾਰਡ ਡਿਸਕ ਡਰਾਈਵ ਦੇ ਕਿੰਨੇ ਖਾਨੇ ਹੁੰਦੇ ਆ, ਇਹਦੇ 4 ਖਾਨੇ ਹੁੰਦੇ ਆ, C D E F। ਪੇਪਰ ਆਇਆ, ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਸੀ ਇੱਕ SSC ਦੇ ਵਿੱਚ ਕਿ ਜਿਹੜਾ ਫਲੋਪੀ ਡਿਸਕ ਹਾਰਡ ਡਿਸਕ ਡਰਾਈਵ ਹੈ ਉਹਦੇ ਖਾਨੇ C ਤੋਂ ਕਿਉਂ ਸ਼ੁਰੂ ਹੁੰਦੇ ਆ, A ਅਤੇ B ਤੋਂ ਕਿਉਂ ਸ਼ੁਰੂ ਨਹੀਂ ਹੁੰਦੇ। ਉਹਦਾ ਮਤਲਬ ਇਹ ਸੀ ਕਿ ਜਿਹੜੇ A B 2 ਖਾਨੇ ਆ ਇਹ ਫਲੋਪੀ ਡਿਸਕ ਦੇ ਵਿੱਚ ਹੈਗੇ, ਤਾਂ ਕਰਕੇ ਆਪਾਂ ਹਾਰਡ ਡਿਸਕ ਦੇ ਵਿੱਚ C ਤੋਂ ਚੱਕਦੇ ਹਾਂ। ਇਹ ਗੱਲ ਧਿਆਨ ਰੱਖਣੀ ਹੈ, ਠੀਕ ਹੈ। 3.5 ਇੰਚ ਬਿਆਸ ਹੁੰਦਾ, 1.44 ਮੈਮਰੀ ਹੁੰਦੀ ਹੈ ਜੀ। ਇਸ ਤੋਂ ਬਾਅਦ ਇਹਨਾਂ ਵਿੱਚ ਕਿਹੜੀਆਂ ਰੈਮ ਦੀਆਂ ਕਿਸਮਾਂ ਹਨ, ਇਹ ਰੈਮ ਦੀਆਂ ਕਿਸਮਾਂ ਭਾਈ, ਠੀਕ ਹੈ। ਉਹ ਵੀ ਇਹ ਰੈਮ ਦੀਆਂ ਕਿਸਮਾਂ, ਰੈਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ, 2 ਕਿਸਮਾਂ ਹੁੰਦੀਆਂ। ਆਪਸ਼ਨ ਨੰਬਰ C ਦਾ ਬਿਲਕੁਲ ਸਹੀ ਆਨਸਰ ਹੈ। ਕਿਹੜੀਆਂ 2 ਕਿਸਮਾਂ ਹੁੰਦੀਆਂ ਹੈਗੀਆਂ, ਸਿਮ ਅਤੇ ਡਿਮ। ਸਿੰਗਲ ਇਨ ਲਾਈਨ ਮੈਮਰੀ ਮੋਡਿਊਲ, ਡਿਊਲ ਇਨ ਦਾ ਲਾਈਨ ਮੈਮਰੀ ਮੋਡਿਊਲ, ਠੀਕ ਹੈ। ਦੋਨੇ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀਆਂ ਆਪਣੇ, ਸਿੰਗਲ ਇਨ ਲਾਈਨ ਮੈਮਰੀ ਡਿਊਲ ਅਤੇ ਡਿਊਲ ਇਨ ਲਾਈਨ ਮੈਮਰੀ ਮੋਡਿਊਲ। ਇਹ ਦੋਨੇ ਕਿਹਦੀਆਂ ਹੈਗੀਆਂ, ਰੈਮ ਦੀਆਂ ਐਗਜ਼ਾਮਪਲ ਹੈਗੀਆਂ।
सी नंबर ऑप्शन। जी सिम होंगी है यदा 72 पिन पर काम करती है, जी डिम होंगी है 128 पर काम करती है। गल याद रखनी है, सिम 72 पिन पर 128 पिन पर काम करती है। इस तो बाद इन्होंने ऑप्टिकल डिस्क दियाँ किस्मां हैं, ऑप्टिकल डिस्क दियाँ किस्मां हैं, कहते सारिया ही है जी पुत्रों, सारिया ही ये ऑप्टिकल डिस्क दियाँ किस्मां है। गल याद रखनी है, ठीक है। CD की फुल फॉर्म की है कंपैक्ट डिस्क, 700 MB की मैमरी होंगी है। DVD फुल फॉर्म की है डिजिटल वर्साटाइल डिस्क, 4.70 GB की मैमरी होंगी है। BRD ब्लू रे डिस्क, ये मैमरी होंगी है 25.50 GB। इस तो बाद होंगे HBD होलोग्राफिक वर्साटाइल डिस्क, 10.5 TB। बहुत ज़्यादा मात्रा की मैमरी होंगी है। सब तो वड्डी मैमरी की होंगी HBD की। ये कौन वरतदा है, ये जो अपन जी एक्टर फिल्मां नहीं बनदियां अपने हॉलीवुड बॉलीवुड जी फिल्मां बनदियां, उन्होंने सारे वास्ते HWD की वरतों की जाती है CD की, ठीक है। चारे ने मैमरी याद रख लो तो इन्हों दी फुल फार्म भी सारिया ऑप्टिकल डिवाइस है, ऑल ऑफ बाबे का आंसर है। इस तो बाद फ्लैश मैमरी कि होंगी है, फ्लैश मैमरी वो मैमरी होंगी जी कंप्यूटर नाल आपां अलग तो जोड़ते हैं विच, जिवें CPU पे है इन्हां आपां चिप रीडर लाता, इन्हां पर पेन ड्राइव लाती, ठीक है। ये सारिया की है फ्लैश मैमरी एग्जाम्पल है जिहड़ियां कंप्यूटर के नाल आपां अलग तो अटैच करते हैं, जिवें कि पेन ड्राइव चिप तो दोनों। सी नंबर ऑप्शन इसका बिल्कुल सही आंसर है। इस तो बाद अगे कहते जो MS वर्ड होंगे इसकी जूम कितनी होंगी है, देखो अपने 3 होंगे है, MS वर्ड, MS पावर पॉइंट तो MS एक्सल। MS वर्ड आ जो कला है जिहदी मैमरी जिहदी जूम वध तो वध 500% होंगी है, नहीं सारिਆਂ की जूम 400% ही होंगी है। ये गल याद रखनी है, ठीक है। सारिਆਂ की कितनी होंगी जूम 400% होंगी है, कली MS वर्ड की 500% होंगी है। तो जी MS वर्ड के फाइल होंगी है ये DOS नाल सेव होंगी है। जे DOS X क्यों लगता है, ये होंगी है XLS नाल, ठीक है। ये होंगी है PPT नाल। कई बार पुछ लेंगे कि PPT के नाल जी X लगती है या DOS के नाल जी X लगती है, ये क्यों लाई जाती है। जो 2007 तो बाद 2007 तो बाद MS वर्ड, MS पावर पॉइंट, MS एक्सल के जोड़े भी वर्जन है उन्होंने सारे नाल X लगते। याद रखना जो तो पुछ ले कि DOS X के नाल X कदों लगन लगी सी, तो 2007 तो बाद जोड़े वर्जन उन्होंने सारे मगर जिन्हों मगर X लगती है 2007 के वर्जन है वो जिन्हों मगर X लगते याद रखियो। तो MS वर्ड की वध तो वध जूम 500 होंगी है, तो होर सारिਆਂ की 400 होगी, कली इस की 500 हैगी, तां करके ज़्यादा पूछी जाती है। इन्हां विचों पहला वायरस आया सी एक, विश्व का सब तो पहला वायरस किहड़ा, 2 चीज़ां याद करवा देना तुहानूं इह च। विश्व का सब तो पहला वायरस कीपर किस ऑपरेटिंग सिस्टम के आया सी, प्रश्न पूछा गया है कि सब तो पहला विश्व का सब तो पहला वायरस किहड़ा सी, कीपर, ठीक है। तो यह किहड़े ऑपरेटिंग सिस्टम के आया सी, ये आया सी ऑप्शन नंबर C दे विच, टेलनेट दे विच यह आया सी। तो टेलनेट किहने बनाया सी, ये बनाया सी भाई, हाँ टेलनेट नहीं सी, टेलनेट के वो ऑपरेटिंग सिस्टम के ही आया सी, ठीक है। तो वायरस शब्द किहने दिता सी, फ्रैड ने वायरस शब्द दिता सी। इस तो बाद अगला कहने एंड्रायड ऑपरेटिंग सिस्टम के थोड़ा समा पहले एक वग आई सी, उसका की नाम से बहुत रौला पिया सी, आपको नहीं पता बड़े पद्धर पर एंड्रायड मोबाइल हैक कर लाता सी हरेक बंदा, ये वायरस के करके बहुत प्रॉब्लम आ रही सी। ये वायरस का नाम की सी, इसका नाम है ऑप्शन नंबर A स्टैंडिंग बग। बग का की मतलब होंदा, बग का मतलब होंदा गलती, ठीक है। तो डीबगिंग का मतलब की होंदा जो गलती ने आप ठीक करता उन्होंने कहांगे आप डीबगिंग, गलती को आप बग कहांगे, जो गलती ठीक करती उन्होंने कहांगे डीबगिंग। ओके, ये गल याद रखनी। बंब की होंदा, बंब एक वायरस होंदा है जिहड़ा अपने कंप्यूटर के फाइलों को नष्ट कर दिंदा है। इस तो बाद अपने बैंक खाते कंटैक्ट फोटो और वीडियो चोरी करने वाले वायरस को की कहा जाता है, इन्हूं कहा जाता है फिशिंग। किवें याद करोगे, ट्रिक नाल याद कर लो कि अपने बैंक खाते में सारा पैसा फिश करता, फिनिश करता या फिश करता, ठीक है। इहनूं याद कर लो कि अपने बैंक खाते के जो वीडियो या मोबाइल के कुछ भी चोरी होंदा गा वो सारा कुछ किहदी करके होगा, फिशिंग करके होगा। फिशर साइबर क्राइम के आ जाता एक। मालवेयर की है, मालवेयर है पुत्रो A नंबर ऑप्शन, ए सैट ऑफ वायरस, इट इज़ कॉल्ड एज मालवेयर। रीयल टाइम ऑपरेटिंग सिस्टम की होंदा, रीयल टाइम ऑपरेटिंग सिस्टम वो ऑपरेटिंग सिस्टम होंदा गा काहदे च वरत्या जांदा, कहंदे रीयल टाइम ऑपरेटिंग सिस्टम ये वरत्या जांदा ऑल ऑफ अबव दे विच, कहंदा उहदा रॉबिट दे विच भी वरत्या जांदा, डॉक्टर दे विच भी वरत्या जांदा, साइंटिफिक दे विच भी वरत्या जांदा। मान लो आ मजाइल है, मजाइल छड्डनी है, ठीक है, मजाइल छड्डनी है उपर नूं, तां जिहड़ी मजाइल छड्डी जाऊगी इहदे ते किहड़ा ऑपरेटिंग सिस्टम लाया जाऊगा, रीयल टाइम ऑपरेटिंग सिस्टम लाया जाऊगा।
ਠੀਕ ਹੈ, ਕਿ ਉਹ ਟਾਈਮ 'ਤੇ ਚੱਲੂਗੀ। ਮਤਲਬ ਮਜ਼ਾਇਲ ਆਪਾਂ ਜਦੋਂ ਆਪਾਂ ਕੋਈ ਚੱਲਦਾ ਨਹੀਂ ਹੁੰਦਾ, ਜਦੋਂ ਆਪਾਂ ਕਈ ਵਾਰ ਦੇਖਦੇ ਹੁੰਦੇ ਹਾਂ ਕਿ ਆਪਾਂ ਟੀ ਵੀ ਦੇ ਵਿੱਚ ਜਦੋਂ ਕੋਈ ਮਜ਼ਾਇਲ ਛੱਡਦੇ ਆ, ਅੱਖਰ ਜਿਹੇ ਨਹੀਂ ਹੁੰਦੇ 3 2 1 ਆਏ ਹੁੰਦੇ ਹੁੰਦੇ, ਬਾਅਦ 'ਚ ਮਜ਼ਾਇਲ ਚੱਲ ਪਾਉਂਦੀ ਹੁੰਦੀ ਹੈ, ਤਾਂ ਉਦੋਂ ਜਿਹੜਾ ਉਹਨਾਂ ਦੇ ਆਪਰੇਟਿੰਗ ਸਿਸਟਮ ਲਾਇਆ ਹੁੰਦਾ, ਉਦੋਂ ਲਾਇਆ ਹੁੰਦਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਲਾਇਆ ਹੁੰਦਾ। ਇਹ ਆਪਰੇਟਿੰਗ ਸਿਸਟਮ ਉਹ ਹੁੰਦਾ ਜਾਂ ਤਾਂ ਪੂਰੇ ਟਾਈਮ 'ਤੇ ਚੀਜ਼ ਚੱਲ ਪਊਗੀ, ਜਾਂ ਜੇ ਪੂਰਾ ਟਾਈਮ ਲੰਘ ਗਿਆ ਤਾਂ ਉੱਥੇ ਹੀ ਖਤਮ ਹੋ ਜੂਗੀ, ਦੁਬਾਰਾ ਚੱਲਦੀ ਵੀ ਹੈ ਨਹੀਂ ਉਹ। ਠੀਕ ਹੈ, ਮਤਲਬ ਤੁਸੀਂ ਧਿਆਨ ਨਾਲ ਸਮਝੋ ਕਿ ਜਿਵੇਂ ਹੁਣ ਇਹ ਛੱਡਣੀ ਹੈ, ਮਜ਼ਾਇਲ ਛੱਡਣੀ ਹੈ 10 ਘੰਟਾ ਬਾਅਦ ਛੱਡੇ, 10 ਮਿੰਟਾਂ ਬਾਅਦ ਜੇ ਤਾਂ ਇਹ ਚੱਲ ਪਈ, ਨਹੀਂ ਇਹ ਤੋਂ ਬਾਅਦ ਫਿਰ ਚੱਲਦੀ ਵੀ ਹੈ ਨਹੀਂ। ਇਹ ਗੱਲ ਯਾਦ ਰੱਖਿਓ। ਠੀਕ ਹੈ, ਇਹਦੇ ਵਿੱਚ ਮਤਲਬ ਕੋਈ ਉਹ ਨਹੀਂ ਹੁੰਦੀ, ਟਾਈਮਿੰਗ ਦੀ ਲੇਟ ਲੂਟ ਨਹੀਂ ਹੁੰਦਾ, ਟਾਈਮਿੰਗ ਐਗਜ਼ੈਕਟ ਟਾਈਮ ਹੁੰਦਾ ਇਹਦੇ ਵਿੱਚ ਜਮਾ, ਕਿ ਜਿੰਨਾ ਟਾਈਮ ਲਿਖਿਆ ਉਨੇ ਟਾਈਮ 'ਤੇ ਕੰਮ ਹੋ ਜਾਊਗਾ। ਰੀਅਲ ਟਾਈਮ ਆਪਰੇਟਿੰਗ ਸਿਸਟਮ ਦੇ ਵਿੱਚ ਇਹ ਹੁੰਦਾ, ਜਿਵੇਂ ਰੋਬਟ ਦੇ ਵਿੱਚ ਵੀ ਇਹੀ ਹੁੰਦਾ, ਰਾਊਟ ਦੇ ਵਿੱਚ ਵੀ ਇਹੀ ਪਾਇਆ ਹੁੰਦਾ, ਸਾਇੰਟੀਫਿਕ ਦੇ ਵਿੱਚ ਵੀ, ਸਾਇੰਟੀਫਿਕ ਚੀਜ਼ਾਂ ਦੇ ਵਿੱਚ ਵੀ ਇਹੀ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ। ਤਾਂ ਆਲ ਆਫ ਅਬਵ ਇਹਦਾ ਆਨਸਰ ਹੈ। ਇਸ ਤੋਂ ਬਾਅਦ ਆ ਗਿਆ ਬੈਚ ਆਪਰੇਟਿੰਗ ਸਿਸਟਮ। ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਆਪਰੇਟਿੰਗ ਸਿਸਟਮ ਦੀਆਂ ਕਿਸਮ ਹੈਗੀਆਂ। ਬੈਚ ਆਪਰੇਟਿੰਗ ਸਿਸਟਮ, ਇਸ ਨੂੰ ਅੱਧ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ। ਜਿਹੜਾ ਬੈਚ ਆਪਰੇਟਿੰਗ ਸਿਸਟਮ ਹੁੰਦਾ, ਮੰਨ ਲਓ ਬੈਚ ਆਹ ਬੈਚ ਆਪਣੇ ਤਿੰਨਾਂ ਦੇ, 1 ਬੈਚ 2 ਬੈਚ 3 ਬੈਚ, ਮਤਲਬ ਜੇ ਆਪਾਂ ਕਿਸੇ ਨੂੰ ਤੋਰਾਂਗੇ, ਆਪਾਂ ਬੈਚ ਦੇ ਮਤਲਬ ਇੱਥੇ ਪੇਪਰ ਹੋ ਰਿਹਾ ਇਹਨਾਂ ਦਾ, ਪਹਿਲਾ ਬੈਚ ਪੇਪਰ ਦੇਣ ਜਾਊਗਾ, ਫਿਰ ਦੂਜਾ ਬੈਚ ਪੇਪਰ ਦੇਣ ਜਾਊਗਾ, ਫਿਰ ਤੀਸਰਾ ਬੈਚ ਪੇਪਰ ਦੇਣ ਜਾਊਗਾ। ਠੀਕ ਹੈ, ਬੈਚ ਆਪਰੇਟਿੰਗ ਸਿਸਟਮ ਦਾ ਮਤਲਬ ਇਹੀ ਹੈਗਾ ਕਿ ਇਸ ਨੂੰ ਅੱਧ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ। ਜੇਕਰ ਇੱਕ ਕੰਮ ਦਿੱਤਾ ਹੈ ਤਾਂ ਪਹਿਲਾਂ ਉਹ ਕੰਮ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਨਾ ਸਮਾਂ ਅਗਲਾ ਕੰਮ ਨਹੀਂ ਚੱਲੂਗਾ। ਠੀਕ ਹੈ, ਉਹਨਾਂ ਜਿਹੜਾ ਇਹਦੇ ਵਿੱਚ ਪ੍ਰਾਇਓਰਟੀ ਨਹੀਂ ਮਿਲਦੀ, ਇਸ ਵਿੱਚ ਪ੍ਰਾਇਓਰਟੀ ਦਾ ਮਤਲਬ ਇਹ ਹੈ ਕਿ ਇਸ ਵਿੱਚ ਕਿਸੇ ਨੂੰ ਪਹਿਲ ਨਹੀਂ ਮਿਲਦੀ। ਠੀਕ ਹੈ, ਇਹ ਗੱਲ ਯਾਦ ਰੱਖਿਆ। ਮੰਨ ਲਓ ਮੈਂ 2 ਗੀਤ ਸੈਂਡ ਕਰਤੇ ਤੁਹਾਨੂੰ ਮੈਂ 2 ਗੀਤ ਸੈਂਡ ਕਰਤੇ। ਇੱਕ ਤਾਂ ਗੀਤ ਮੈਂ ਤੁਹਾਨੂੰ ਕਰਤਾ 10 MB ਦਾ ਸੈਂਡ, ਇੱਕ ਕਰਤਾ ਮੈਂ ਤੁਹਾਨੂੰ 2 MB ਦਾ ਸੈਂਡ। ਪਰ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਜਿਹੜਾ ਮੈਂ ਪਹਿਲਾਂ ਸੈਂਡ ਕੀਤਾ ਉਹੀ ਜਾਊਗਾ। ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਕਹੋਗੇ ਕਿ ਪਹਿਲਾਂ 2 MB ਦਾ ਗੀਤ ਛੋਟਾ, ਪਹਿਲਾਂ ਇਹ ਵਗ ਜੇ 10 MB ਦੇ ਤੋਂ ਬਾਅਦ ਵਿੱਚ ਵਗ ਜਾਊਗਾ। ਜਿਵੇਂ ਤੁਸੀਂ ਪ੍ਰੋਗਰਾਮ ਸੈੱਟ ਕੀਤਾ ਵਾ ਉਵੇਂ ਹੀ ਜਾਊਗਾ। ਠੀਕ ਹੈ, ਬੈਚ ਆਪਰੇਟਿੰਗ ਸਿਸਟਮ ਬੈਚ ਦੇ ਵਿੱਚ ਜਾਊਗੇ। ਜੇ ਕਿਸੇ ਨੂੰ ਕੋਈ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ, ਪ੍ਰਾਇਓਰਟੀ ਦਾ ਮਤਲਬ ਹੁੰਦਾ ਕਿਸੇ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਇਹਦੇ ਵਿੱਚ, ਕਿਹੜੇ 'ਚ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ, ਬੈਚ ਆਪਰੇਟਿੰਗ ਸਿਸਟਮ ਵਿੱਚ ਚੀਜ਼ ਬੈਚ ਦੇ ਵਿੱਚ ਚੱਲਦੀ ਹੈ। ਇਹਦੇ ਵਿੱਚ ਕਿਸੇ ਨੂੰ ਕੋਈ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ, ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ। ਜੇਕਰ ਕੋਈ ਜਿੰਨਾ ਚਿਰ ਪਹਿਲਾ ਕੰਮ ਦਿੱਤਾ ਹੋਇਆ ਪੂਰਾ ਨਹੀਂ ਹੁੰਦਾ, ਉਹਨਾਂ ਟਾਈਮ ਦੂਸਰੇ ਕੰਮ ਨੂੰ ਇਹ ਹੱਥ ਨਹੀਂ ਪਾਉਂਦਾ। ਇਸ ਤੋਂ ਬਾਅਦ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੁੰਦਾ, ਇਸ ਵਿੱਚ ਇੱਕ ਸਮੇਂ 'ਤੇ ਆਪਾਂ ਕਈ ਕੰਮ ਕਰ ਸਕਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਚੱਲਦਾ ਹੁੰਦਾ, ਇਹ 'ਚ FCFS ਕੰਮ ਕਰਦਾ। ਫਸਟ ਕਮ ਫਸਟ ਸਰਵ, ਜਿਹੜਾ ਪਹਿਲਾਂ ਆਊਗਾ ਉਹੀ ਪਹਿਲਾਂ ਚੀਜ਼ ਪ੍ਰਾਪਤ ਕਰੂਗਾ। ਸਰਵ ਮੈਨੇ ਹੁੰਦਾ ਕਿਸੇ ਨੂੰ ਕੋਈ ਚੀਜ਼ ਪੇਸ਼ ਕਰਨੀ। ਇਹ SGF 'ਤੇ ਕੰਮ ਕਰਦਾ। SGF 'ਤੇ ਹੁੰਦਾ ਸ਼ਾਰਟ ਜੋਬ ਫਸਟਡ, ਸ਼ਾਰਟ ਜੋਬ ਫਸਟ 'ਤੇ ਵੀ ਕੰਮ ਕਰਦਾ ਹੈ। ਮੰਨ ਲਓ ਮੈਂ ਤੁਹਾਨੂੰ ਗੀਤ ਸੈਂਡ ਕਰਤਾ 10 MB ਦਾ, 2 MB ਦਾ, 1 MB ਦਾ। ਇਹ ਕੀ ਕਰੂਗਾ, ਇਹ ਬੈਚ ਆਪਰੇਟਿੰਗ ਸਿਸਟਮ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਇਹ 10 ਵਾਲਾ ਸੈਂਡ ਕਰੂ, ਫਿਰ 2 ਵਾਲਾ, ਫਿਰ 1 ਵਾਲਾ। ਇਹ ਕੀ ਕਰੂਗਾ, ਇਹ 'ਚ SGF ਫਿੱਟ ਕੀਤਾ ਵਾ, ਸ਼ਾਰਟ ਜੋਬ ਫਸਟ। ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਕਾਰ ਹੋਊਗਾ ਉਹਨੂੰ ਪਹਿਲਾਂ ਸੈਂਡ ਕਰੂਗਾ, ਜਿਹੜਾ ਉਸ ਤੋਂ ਵੱਡਾ ਕਾਰ ਹੋਊਗਾ ਉਹਨੂੰ ਦੂਸਰਾ ਸੈੱਟ ਕਰੂਗਾ ਸੈਂਡ। ਠੀਕ ਹੈ, ਇਹ ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ ਟਾਈਮ ਸ਼ੇਅਰਿੰਗ ਜਾਂ ਮਲਟੀਟਾਸਕਿੰਗ। ਠੀਕ ਹੈ, ਟਾਈਮ ਸ਼ੇਅਰਿੰਗ ਜਾਂ ਮਲਟੀਟਾਸਕਿੰਗ ਦੇ ਵਿੱਚ ਕੀ ਹੁੰਦਾ ਗਾ, ਕਹਿੰਦੇ 2 ਜਾਂ 2 ਤੋਂ ਵੱਧ ਕੰਮ ਜਿਹੜੇ ਇੱਕ ਸਮੇਂ 'ਤੇ ਕੀਤੇ ਜਾਣ ਉਸ ਨੂੰ ਆਪਾਂ ਮਲਟੀਟਾਸਕਿੰਗ ਕਹਿ ਦਿੰਦੇ ਆ। ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਰਿਸਪੌਂਸ ਟਾਈਮ ਕੀ ਹੁੰਦਾ। ਜਦੋਂ ਆਪਾਂ ਮੰਨ ਲਓ ਮੋਬਾਈਲ ਖੋਲ੍ਹ ਲਿਆ, ਯੂਟਿਊਬ ਤੇ ਖੋਲ੍ਹਣ ਤੋਂ ਪਹਿਲਾਂ ਇੱਕ ਥੋੜ੍ਹੀ ਲੋਡਿੰਗ ਜਿਹੀ ਲੈਂਦੀ ਹੁੰਦੀ ਯੂਟਿਊਬ, ਤਾਂ ਜਿਹੜੀ ਉਹ ਲੋਡਿੰਗ ਜਿਹੀ ਲੈਂਦੀ ਹੁੰਦੀ ਉਹ ਟਾਈਮ ਜਿਹੜਾ ਉਹਨੇ ਟਾਈਮ ਦੇ ਵਿੱਚ ਟਾਈਮ ਲੱਗਦਾ ਉਹਨੂੰ ਆਪਾਂ ਕਹਾਂਗੇ ਰਿਸਪੌਂਸ ਟਾਈਮ। ਕਿਸੇ ਐਪਲੀਕੇਸ਼ਨ ਨੂੰ ਓਪਨ ਕਰਨ ਸਮੇਂ ਲੱਗੇ ਸਮੇਂ ਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਗਾ। ਜਿਵੇਂ ਤੁਸੀਂ ਹੁਣ ਮੇਰੀ ਵੀਡੀਓ ਖੋਲ੍ਹੀ ਸੀ ਤਾਂ ਤੁਹਾਡੇ ਮੂਹਰੇ 2 ਮਿੰਟ ਗੋਲ ਚੱਕਰ ਜਾਇਆ ਹੋਊਗਾ ਥੋੜ੍ਹਾ ਕੁ ਟਾਈਮ, ਤਾਂ ਉਹ ਰਿਸਪੌਂਸ ਟਾਈਮ ਸੀ ਉਹਨਾਂ। ਠੀਕ ਹੈ, ਮਲਟੀਟਾਸਕਿੰਗ ਦੇ ਵਿੱਚ ਕਿ ਇੱਕ ਸਮੇਂ ਦੇ ਵਿੱਚ 2 ਜਾਂ 2 ਤੋਂ ਵੱਧ ਟਾਸਕ ਕੀਤੇ ਜਾਂਦੇ ਆ, ਉਹਨੂੰ ਮਲਟੀਟਾਸਕਿੰਗ ਕਹਿ ਦਿੰਦੇ ਆ। ਜਿਵੇਂ ਕਿ ਹੁਣ ਤੁਸੀਂ ਆਪਾਂ ਅੱਜ ਕੱਲ੍ਹ ਕੀ ਕਰਦੇ ਆ, ਉੱਧਰੋਂ ਆਪਣਾ ਸੌਂਗ ਡਾਊਨਲੋਡ ਹੋਈ ਜਾਂਦਾ ਹੁੰਦਾ, ਉੱਧਰੋਂ ਆਪਾਂ YouTube 'ਤੇ ਮੂਵੀ ਦੇਖੀ ਜਾਂਦੇ ਹੁੰਦੇ ਆ, ਵਿੱਚ ਹੀ ਆਪਾਂ WhatsApp 'ਤੇ ਚੈਟ ਕਰੀ ਜਾਂਦੇ ਹੁੰਦੇ ਆ। ਠੀਕ ਹੈ, ਤਾਂ ਸਾਰੇ ਕੰਮ ਕਾਰਜ ਕਰਕੇ ਹੋ ਜਾਂਦੇ, ਮਲਟੀਟਾਸਕਿੰਗ ਦੇ ਕਰਕੇ ਹੁੰਦੇ ਆ। ਇਸ ਤੋਂ ਬਾਅਦ ਮਲਟੀ ਪ੍ਰੋਸੈਸਰ ਕੀ ਹੁੰਦਾ, ਮਲਟੀ ਪ੍ਰੋਸੈਸਰ ਉਹ ਪ੍ਰੋਸੈਸਰ ਹੁੰਦਾ ਜਦੋਂ ਇੱਕ ਕੰਪਿਊਟਰ ਦੇ ਵਿੱਚ ਇੱਕ ਤੋਂ ਵੱਧ ਪ੍ਰੋਸੈਸਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹਨੂੰ ਮਲਟੀ ਪ੍ਰੋਸੈਸਰ ਕਹਿ ਜਾਂਦੇ ਆ। ਠੀਕ ਹੈ, ਇਸ ਤੋਂ ਬਾਅਦ ਪੇਪਰ ਦੇ ਵਿੱਚ ਆਹ ਪ੍ਰਸ਼ਨ ਬਹੁਤ ਵਾਰੀ ਆਇਆ ਵਾ, ਆਰਡੀਨਰੀ ਫਾਈਲ ਕਿਹੜੀਆਂ ਹੁੰਦੀਆਂ। ਆਰਡੀਨਰੀ ਫਾਈਲ ਆਪਸ਼ਨ ਨੰਬਰ A ਹੁੰਦੀਆਂ ਹੈਗੀਆਂ, ਜਿਹੜੀਆਂ ਜੋ ਫਾਈਲ ਯੂਜ਼ਰ ਦੁਆਰਾ ਬਣਾਈਆਂ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਆਰਡੀਨਰੀ ਫਾਈਲ ਕਹਿੰਦੇ ਹਾਂ। ਬਸ ਇੰਨੀ ਫਰਕ ਹੈਗਾ। IEE ਦਾ ਪੂਰਾ ਨਾਮ ਕੀ ਹੈ, IEE ਦਾ ਪੂਰਾ ਨਾਮ ਹੈਗਾ ਗਾ ਆਪਸ਼ਨ ਨੰਬਰ A ਇੰਸਟੀਟਿਊਟ ਆਫ ਇਲੈਕਟ੍ਰੀਕਲੀ ਐਂਡ ਇਲੈਕਟ੍ਰੋਨਿਕ ਇੰਜੀਨੀਅਰਿੰਗ। ਆਪ ਇਹਨਾਂ ਦੇ II ਨੇਮ ਯਾਦ ਕਰ ਲਓ, ਪੇਪਰ ਦੇ ਵਿੱਚ ਪੁੱਛਣ ਦੇ ਫੁੱਲ ਚਾਂਸ ਨੇ। 802.6 ਤਾਂ ਹੈਗਾ ਮੈਨ ਦਾ, ਮੈਨ ਹੁੰਦਾ ਮੈਟੀਓਲੋਜੀਕਲ ਏਰੀਆ ਨੈਟਵਰਕ, ਵਾਈਫਾਈ ਵਾਇਰਲੈਸ ਫਾਈਡਲਿਟੀ, ਬਲੂਟੁੱਥ ਵਾਈਮੈਕਸ ਟੋਕਨ ਰਿੰਗ। ਇਹਨਾਂ ਦੇ ਆਹ ਕੋਡ ਭਾਈ ਚੰਗੀ ਤਰ੍ਹਾਂ ਯਾਦ ਕਰ ਲਓ। ਵਾਈਫਾਈ ਦਾ ਤੁਹਾਨੂੰ ਮੈਂ ਟ੍ਰਿਕ ਨਾਲ ਹੀ ਯਾਦ ਕਰਵਾ ਦਿੰਦਾ ਗਾ।
ਵਾਈਫਾਈ ਦੇ ਵਿੱਚ 2 ਆਈਆਂ ਗਈਆਂ 11 ਲਾ ਦਿਓ, ਠੀਕ ਹੈ। ਬਲੂਟੁੱਥ ਅੱਜ ਟਾਈਮ 'ਚ 15 ਜਣੇ ਬਲੂਟੁੱਥ ਲਈ ਫਿਰਦੇ ਆ, ਐਂ ਯਾਦ ਕਰ ਲਓ, ਠੀਕ ਹੈ। ਕੰਨਾਂ 'ਚ ਹਰੇਕ ਹੀ ਬੰਦਾ ਬਲੂਟੁੱਥ ਜੀ ਲਾ ਕੇ ਤੁਰਿਆ ਫਿਰਦਾ, ਐਂ ਕਰ ਲਓ ਕਿ 15 ਲੋਕ ਬਲੂਟੁੱਥ ਲਾਈ ਫਿਰਦੇ ਆ। ਇਹ ਤੋਂ ਬਾਅਦ ਬਲੂਟੁੱਥ ਤੋਂ ਬਾਅਦ ਅਗਲਾ ਲੈ ਕੇ ਆਉਂਦਾ ਬਾਈਮੈਕਸ, ਇਸ ਤੋਂ ਬਾਅਦ ਟੋਕਨ ਰਿੰਗ, ਠੀਕ ਹੈ। ਇਹ ਟ੍ਰਿਕ ਨਜ਼ਰ ਕਰ ਲਓ। ਆਹ ਕੋਡ ਪੁੱਛੇ ਗਏ ਆ ਬਈ ਪੇਪਰ ਦੇ ਵਿੱਚ, ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਮੈਂ ਓਪਰੇਟਿੰਗ ਸਿਸਟਮ। ਇਹ ਕਾਹਦੇ 'ਚ ਕਰਵਾ ਕੇ ਗਿਆ ਸੀ ਤੁਹਾਨੂੰ ਮੈਂ? ਨੈਟਵਰਕ 'ਚ ਕਰਵਾ ਕੇ ਗਿਆ ਸੀ ਸ਼ਾਇਦ ਤੁਹਾਨੂੰ ਮੈਂ, ਹਾਂ ਨੈਟਵਰਕ ਦੇ ਵਿੱਚ ਕਰਵਾ ਕੇ ਗਿਆ ਸੀ, ਅਤੇ ਉਹਦੇ 'ਚ ਕਰਵਾਇਆ ਹੋਇਆ ਸਾਰਾ ਉਹੀ ਚੀਜ਼ਾਂ ਦੁਬਾਰੇ। ਰੋ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਰੋ ਹੁੰਦੀ ਜਿਹੜੀ ਆਪਣੇ ਕੰਪਿਊਟਰ ਦੇ ਵਿੱਚ, ਉਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਉਹਨੂੰ ਜਾਣਿਆ ਜਾਂਦਾ ਟਪਲਸ ਦੇ ਨਾਲ। ਡਾਟਾ ਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਰੋ ਨੂੰ ਟਪਲਸ ਦੇ ਵਿੱਚ ਵੀ ਜਾਣਿਆ ਜਾਂਦਾ ਹੈਗਾ, ਠੀਕ ਹੈ। ਯਾਦ ਕਰ ਲਿਓ, ਰੋ ਨੂੰ ਕਿਹੜੇ ਵਿੱਚ ਜਾਣਿਆ ਜਾਂਦਾ? ਟਪਲਸ ਦੇ ਵਿੱਚ। ਇਸ ਤੋਂ ਬਾਅਦ ਇਹਨਾਂ ਵਿੱਚੋਂ ਕਿਹੜੀ DDL ਦੀ ਕਮਾਂਡ ਹੈ? DDL ਡਾਟਾ ਡੈਫੀਨੇਸ਼ਨ ਲੈਂਗੁਏਜ ਦੀ ਇਹਨਾਂ 'ਚ ਕਿਹੜੀ ਕਮਾਂਡ ਹੈਗੀ? ਤਾਂ ਇਹਦੀ ਕਮਾਂਡ ਹੈਗੀ ਡਰੋਪ, ਠੀਕ ਹੈ। DDL ਦੀ ਜਿਹੜੀ ਕਮਾਂਡ ਹੈਗੀ ਡਰੋਪ, ਬਈ DDL ਦੀ ਉਹ ਹੈਗੀ ਕਮਾਂਡ ਹੈ, ਯਾਦ ਰੱਖਿਓ। ਇਸ ਤੋਂ ਬਾਅਦ ਕਿਹੜਾ ਆ ਗਿਆ? SQL, ਇਹ ਡਾਟਾਬੇਸ ਮੈਨੇਜਮੈਂਟ ਦੀ ਲੈਂਗੁਏਜ ਹੈਗੀ ਭਾਈ। SQL ਕਿਊਰੀ ਲੈਂਗੁਏਜ ਕਹਿ ਦਿੰਦੇ ਇਹਨੂੰ, ਠੀਕ ਹੈ, ਸਿਸਟਮ ਕਿਊਰੀ ਲੈਂਗੁਏਜ। SQL ਦੇ ਵਿੱਚ ਕਿਹੜੀ ਇੱਕ ਕਮਾਂਡ ਹੈ ਜਦੋਂ ਇਸ ਨਾਲ ਸਾਰਾ ਡਾਟਾ ਰਿਕਾਰਡ ਡਿਲੀਟ ਹੋ ਜਾਂਦਾ ਹੈ ਪਰ ਇਸਦੀ ਸਟਰਕਚਰ ਨਹੀਂ ਬਦਲਦੀ? SQL ਦੀ ਕਿਹੜੀ ਕਮਾਂਡ ਹੈ ਜਿਹਦੇ ਵਿੱਚ ਸਾਰਾ ਦਾ ਜਿਹੜਾ ਵਿੱਚ ਸਮਾਨ ਪਿਆ ਡਿਲੀਟ ਹੋ ਜਾਊਗਾ ਡਾਟਾ, ਪਰ ਉਹਦੀ ਸਟਰਕਚਰ ਉਵੇਂ ਰਹੂਗੀ? ਤਾਂ ਉਹ ਕਾਹਦੇ 'ਚ ਰਹੂਗੀ? ਉਹ ਰਹੂਗੀ B ਨੰਬਰ ਆਪਸ਼ਨ ਦੇ ਵਿੱਚ, ਟਰਨਕੇਟ ਦੇ ਵਿੱਚ। ਟਰਨਕੇਟ ਇੱਕ SQL ਦੇ ਵਿੱਚ ਇਹੋ ਜਿਹੀ ਕਮਾਂਡ ਹੈ ਜਿਹਦੇ ਕਰਕੇ ਡਾਟਾ ਡਿਲੀਟ ਹੋ ਜਾਊਗਾ ਪਰ ਉਹਦੀ ਸਟਰਕਚਰ ਸੇਮ ਟੂ ਸੇਮ ਰਹੂਗੀ। ਜੇ ਪੁੱਤਰੋ ਤੁਹਾਨੂੰ ਔਖੇ ਲੱਗਦੇ ਆ ਕੋਈ ਚੱਕਰ ਨਹੀਂ ਹੈਗਾ, ਰੱਟੇ ਲਾ ਲਓ ਇਹਨਾਂ ਦੇ ਰੱਟੇ, ਠੀਕ ਹੈ। ਚੰਗੀ ਤਰ੍ਹਾਂ ਰੱਟੇ ਲਾ ਲਓ ਇਹਨਾਂ ਦੇ, ਦਿਮਾਗ 'ਚ ਪਾ ਲਓ ਇਹਨੂੰ, ਠੀਕ ਹੈ। ਇਸ ਤੋਂ ਬਾਅਦ ER ਡਾਇਆਗ੍ਰਾਮ ਹੁੰਦੀ ਹੈ ਜਿਹੜੀ, ਇਹ ਕੀ ਪੇਸ਼ ਕਰਦੀ ਹੈ? ਤਾਂ ਇਹ ਪੇਸ਼ ਕਰਦੀ ਹੈ ਭਾਈ ਡਬਲ ਰੈਕਟੈਂਗਲ। ER ਕੀ ਪੇਸ਼ ਕਰਦੀ ਹੈ? ਡਬਲ ਰੈਕਟੈਂਗਲ ਬਾਸ। ਇਸ ਤੋਂ ਬਾਅਦ ਅੱਗੇ ਕਹਿੰਦੇ ਜਿਹੜੇ ਸੈਕਸ਼ਨ 66 ਕਾਹਨੂੰ ਕਿਸ ਚੀਜ਼ ਨੂੰ ਡੀਲ ਕਰਦਾ? ਇਹ ਡੀਲ ਕਰਦਾ ਭਾਈ ਸਾਈਬਰ ਟੈਰਰਿਜ਼ਮ, ਅੱਤਵਾਦ ਫੈਲਾਉਂਦਾ ਜਿਹੜਾ ਕੋਈ ਨੈੱਟ ਦੇ ਜ਼ਰੀਏ, ਉਹਨੂੰ ਆਪਾਂ ਕਹਿੰਦੇ ਨੇ ਸਾਈਬਰ ਟੈਰਰਿਜ਼ਮ। ਇਹਦੇ ਅੰਦਰ ਕਿਹੜਾ ਆ ਜਾਂਦਾ? 66F ਆ ਜਾਂਦਾ ਸੈਕਸ਼ਨ, ਇਹਦੇ ਅੰਦਰ ਉਹ ਬੰਦੇ 'ਤੇ ਕੇਸ ਦਰਜ ਹੋਊਗਾ। ਇਸ ਤੋਂ ਬਾਅਦ ਵੋਕੀ ਟੋਕੀ ਹੈ ਜਿਹੜੀ, ਇਹ ਕਿਹੜੀ ਇਹਨਾਂ ਵਿੱਚ ਕਿਸ ਦੀ ਉਦਾਹਰਨ ਹੈ ਵੋਕੀ ਟੋਕੀ? ਤਾਂ ਇਹ ਉਦਾਹਰਨ ਹੈਗੀ ਆ ਭਾਈ B ਨੰਬਰ ਆਪਸ਼ਨ ਦੀ, ਹਾਫ ਡੁਪਲੈਕਸ। ਹੁਣ ਆਪਾਂ ਸਮਝਦੇ ਕਿ ਹਾਫ ਡੁਪਲੈਕਸ, ਸਿੰਪਲ ਡੁਪਲੈਕਸ ਕੀ ਹੁੰਦੇ ਆ। ਜਿਹੜਾ ਫੁੱਲ ਡੁਪਲੈਕਸ ਹੁੰਦਾ ਇਹਦੇ ਵਿੱਚ ਇੱਕ ਹੀ ਸਮੇਂ ਆਪਾਂ ਚੀਜ਼ ਸੈਂਡ ਵੀ ਕਰ ਸਕਦੇ ਹਾਂ ਅਤੇ ਆਪਾਂ ਚੀਜ਼ ਰਿਸੀਵ ਵੀ ਕਰ ਸਕਦੇ ਹਾਂ। ਹਾਫ ਡੁਪਲੈਕਸ ਦੇ ਵਿੱਚ ਆਪਾਂ ਪਹਿਲਾਂ ਇੱਕ ਚੀਜ਼ ਸੈਂਡ ਕਰਾਂਗੇ, ਜਦੋਂ ਇੱਕ ਪ੍ਰੋਸੈਸ ਕੰਪਲੀਟ ਹੋ ਗਿਆ ਫਿਰ ਹੀ ਆਪਾਂ ਨੂੰ ਦੂਜੇ ਪਾਸੋਂ ਚੀਜ਼ ਆਊਗੀ, ਠੀਕ ਹੈ। ਉਹਨਾਂ ਚੀਜ਼ ਇੱਕ ਚੀਜ਼ ਵੇਟਿੰਗ 'ਚ ਪਈ ਰਹੂ। ਜੇ ਤੁਸੀਂ ਕੋਈ ਚੀਜ਼ ਸੈਂਡ ਕਰ ਰਹੇ ਹੋ ਉਹਨਾਂ 'ਚ ਤੁਹਾਨੂੰ ਕੋਈ ਚੀਜ਼ ਨਹੀਂ ਆਊਗੀ, ਠੀਕ ਹੈ। ਜਿੰਨਾ ਚਿਰ ਕੋਈ ਤੁਹਾਨੂੰ ਚੀਜ਼ ਆ ਰਹੀ ਹੈ ਉਹਨਾਂ 'ਚ ਤੁਸੀਂ ਕੋਈ ਚੀਜ਼ ਸੈਂਡ ਨਹੀਂ ਕਰ ਸਕਦੇ। ਇਹ ਹੁੰਦਾ ਹਾਫ ਡੁਪਲੈਕਸ। ਸਿੰਪਲੈਕਸ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਆਪਾਂ ਇੱਕ ਕੰਮ ਹੀ ਕਰ ਸਕਦੇ ਹਾਂ, ਜਾਂ ਤਾਂ ਚੀਜ਼ ਸੈਂਡ ਕਰ ਸਕਦੇ ਹਾਂ ਜਾਂ ਚੀਜ਼ ਰਿਸੀਵ ਕਰ ਸਕਦੇ ਹਾਂ, ਬਸ, ਠੀਕ ਹੈ। ਇਹ ਗੱਲ ਯਾਦ ਰੱਖਿਓ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ 'ਤੇ। ਕਹਿੰਦੇ ਜਦੋਂ ਵਾਕ ਦੇ ਵਿੱਚ ਕੋਈ ਆਪਾਂ ਗ੍ਰਾਮਰ ਗਲਤੀ ਕਰਦੇ ਹਾਂ ਤਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਲਾਈਨ ਆ ਜਾਂਦੀ ਹੈ? ਦੇਖੋ ਜਿਵੇਂ ਮੈਂ ਇੱਥੇ ਲਿਖਣਾ ਤਾਂ ਮੈਂ ਗਗਨ ਸੀ, ਲਿਖਤਾ ਮੈਂ ਗਗਨ ਐਥਲੋਟ ਲਿਖਤਾ, ਤਾਂ ਉਹਦੇ ਥੱਲੇ ਇੱਕ ਲਾਈਨ ਜੀ ਆ ਜੂਗੀ, ਠੀਕ ਹੈ। ਉਹ ਲਾਈਨ ਜੀ ਆ ਜੂ, ਉਹ ਕਿਹੜੀ ਲਾਈਨ ਆਊਗੀ? ਕਹਿੰਦੇ ਜਦੋਂ ਆਪਣੇ ਮੋਬਾਈਲ ਦੇ ਵਿੱਚ ਕੋਈ ਗ੍ਰਾਮਰ ਦੀ ਗਲਤੀ ਹੋਊਗੀ, ਗ੍ਰਾਮਰ ਦੀ ਗਲਤੀ ਲਾ ਲਓ। ਮੰਨ ਲਓ ਕਿ ਮੈਂ ਲਿਖਤਾ ਬੋਆਏ ਲਿਖਤਾ, ਮੈਂ ਬੋਆਏ ਲਿਖਣਾ ਸੀ, ਮੈਂ ਲਿਖਤਾ ਐਂ ਬੋਆਏ, ਠੀਕ ਹੈ। ਤਾਂ ਜੇ ਉਹ ਥੱਲੇ ਐਥਲੋਟ ਆ ਜੂਗੀ ਤਾਂ ਉਹ ਕਿਹੜੀ ਲਾਈਨ ਆਊਗੀ ਭਾਈ? ਜਦੋਂ ਗ੍ਰਾਮਰ ਦੇ ਵਿੱਚ ਕੋਈ ਗਲਤੀ ਹੋਊਗੀ ਤਾਂ ਉਹ ਜਿਹੜੀ ਲਾਈਨ ਆਊਗੀ ਉਹ ਆਊਗੀ ਗ੍ਰੀਨ ਲਾਈਨ। ਜੇ ਕੋਈ ਸੈਂਟੈਂਸ ਦੇ ਵਿੱਚ ਗਲਤੀ ਹੋਊਗੀ ਤਾਂ ਉਦੋਂ ਲਾਈਨ ਆਊਗੀ ਰੈੱਡ ਲਾਈਨ। ਇਹ ਗੱਲ ਯਾਦ ਰੱਖਣੀ ਹੈ। ਜੀ ਤੇ ਗ੍ਰੀਨ, ਜੀ ਤੇ ਗ੍ਰਾਮਰ। ਜੋ ਗ੍ਰਾਮਰ ਦੀ ਗਲਤੀ ਹੋਊਗੀ ਤਾਂ ਉਦੋਂ ਆਪਣੇ ਅੱਖਰਾਂ ਦੇ ਥੱਲੇ ਗ੍ਰੀਨ ਲਾਈਨ ਆਊਗੀ। ਹਰ ਵੈੱਬ ਪੇਜ ਦਾ ਇੱਕ ਅਲੱਗ ਐਡਰੈਸ ਹੁੰਦਾ। ਕਿਹੜਾ ਐਡਰੈਸ ਹੁੰਦਾ ਹੈਗਾ? URL ਐਡਰੈਸ, ਯੂਨੀਫਾਰਮ ਰਿਸੋਰਸ ਲੋਕੇਟਰ, ਠੀਕ ਹੈ। ਇਸ ਤੋਂ ਬਾਅਦ ਅਗਲਾ ਵੈੱਬ ਬਰਾਊਜ਼ਰ ਕਿਸ ਦੀ ਉਦਾਹਰਨ ਹੈ? ਤਾਂ ਇਹ ਉਦਾਹਰਨ ਹੈਗੀ ਆਪਣੀ C ਨੰਬਰ ਆਪਸ਼ਨ, ਹਾਂ, ਯੂਜ਼ਰ ਏਜੰਟ ਦੀ। ਵੈੱਬ ਬਰਾਊਜ਼ਰ ਕੀ ਹੈ? ਇੱਕ ਯੂਜ਼ਰ ਏਜੰਟ ਦੀ ਉਦਾਹਰਨ ਹੈ ਬਈ, ਰੱਟੇ ਲਾ ਲਓ ਆਪਰੇਸ਼ਨਾਂ ਦੇ। ਇਸ ਤੋਂ ਬਾਅਦ MIME ਦਾ ਫੁੱਲ ਨਾਮ ਕੀ ਹੈਗਾ? ਇਹਦਾ ਨਾਮ ਹੈਗਾ ਆਪਸ਼ਨ ਨੰਬਰ C, ਮਲਟੀਪਲ ਇੰਟਰਨਲ ਮੇਲ ਐਕਸਟੈਂਸ਼ਨ, ਜਿਹੜਾ MIME ਦਾ ਫੁੱਲ ਨੇਮ ਹੈਗਾ। ਇਸ ਤੋਂ ਬਾਅਦ ਅਗਲਾ CPU ਐਂਡ ਮੈਮਰੀ, ਜਿਹੜੀ CPU ਹੁੰਦਾ ਆਪਣਾ, ਠੀਕ ਹੈ, ਅਤੇ ਮੈਮਰੀ ਹੁੰਦੇ, ਕਾਹਦੇ ਨਾਲ ਲੋਕੇਟ ਕਰਦੇ ਆ? ਕਿੱਥੇ ਲੋਕੇਟਡ ਹੁੰਦੇ ਆ? ਇਹ ਹੁੰਦੇ ਆ ਭਾਈ ਮਦਰਬੋਰਡ ਦੇ ਨਾਲ, ਠੀਕ ਹੈ। ਆਪਸ਼ਨ ਨੰਬਰ D ਦਾ ਬਿਲਕੁਲ ਸਹੀ ਆਨਸਰ ਹੈ। ਆਹ ਪੇਪਰ ਦੇ ਵਿੱਚ ਭਾਈ ਪ੍ਰਸ਼ਨ ਆਇਆ ਹੋਇਆ ਹੈਗਾ,
ठीक है। ਜਿਹੜਾ ਹੁਣ ਪੇਪਰ ਹੋਇਆ ਸੀ ਫਿਸ਼ ਵਾਲਾ ਉਹਨਾਂ ਦੇ ਵਿੱਚ ਪ੍ਰਸ਼ਨ ਆਇਆ ਹੋਇਆ। ਕਹਿੰਦੇ ਜੇਕਰ ਆਪਾਂ ਐਕਸਟੈਂਡ ਮੈਨੇ ਵੱਡਾ ਕਰਨਾ ਗਾ, ਐਕਸਟੈਂਡ ਕਰਨਾ ਯੂਅਰ ਕਰੰਟ ਸਿਲੈਕਸ਼ਨ 1 ਕਰੈਕਟਰ, ਆਪਾਂ 1 ਕਰੈਕਟਰ ਹੈਗਾ ਲੈਫਟ ਜਾਂ ਰਾਈਟ ਤੋਂ ਇੱਕ ਕਰੈਕਟਰ, ਜਿਵੇਂ ਮੇਰਾ ਨਾਮ ਲਿਖਿਆ ਹੋਇਆ ਗਗਨ ਲਿਖਿਆ ਹੋਇਆ, ਇਹਦਾ ਇੱਕ ਕਰੈਕਟਰ ਕਿਹੜਾ ਹੋ ਗਿਆ, ਆ ਹੋ ਗਿਆ ਇੱਕ ਕਰੈਕਟਰ, ਕੋਈ ਵੀ ਲੈ ਲਓ ਕਿ ਉਹ ਆਪਾਂ ਕੀ ਕਰਨਾ ਗਾ ਐਕਸਟੈਂਡ ਕਰਨਾ ਵੱਡਾ ਕਰਨਾ ਤਾਂ ਆਪਾਂ ਨੂੰ ਕੀ ਦੱਬਣਾ ਪਊਗਾ, ਤਾਂ ਆਪਾਂ ਨੂੰ ਨੱਪਣੀ ਪਊਗੀ ਏ ਨੰਬਰ ਆਪਸ਼ਨ ਸ਼ਿਫਟ ਪਲੱਸ ਲੈਫਟ ਜਾਂ ਰਾਈਟ ਐਰੋ, ਸ਼ਿਫਟ ਨਾਲ ਲੈਫਟ ਜਾਂ ਰਾਈਟ ਐਰੋ ਦੱਬ ਦਾਂਗੇ ਆਪਣਾ ਆਪਣਾ ਇੱਕ ਕਰੈਕਟਰ ਕੀ ਹੋ ਜਾਊਗਾ ਐਕਸਟੈਂਡ ਹੋ ਜਾਊਗਾ। ਇਸ ਤੋਂ ਬਾਅਦ ਕਹਿੰਦੇ ਜੇਕਰ ਆਪਾਂ 1 ਵਰਡ ਹੀ ਐਕਸਟੈਂਡ ਕਰਨਾ, ਮਤਲਬ ਮੇਰਾ ਨਾਮ ਆਗਾ ਸਾਰਾ ਇਹ ਸਾਰੇ ਆਪਾਂ 1 ਵਰਡ ਹੀ ਐਕਸਟੈਂਡ ਕਰਨਾ ਤਾਂ ਆਪਾਂ ਕੀ ਦੱਬਾਂਗੇ ਕੰਟਰੋਲ ਸ਼ਿਫਟ ਨਾਲ ਲੈਫਟ ਜਾਂ ਰਾਈਟ ਐਰੋ। ਠੀਕ ਹੈ, ਇੱਥੇ ਆਪਾਂ ਸ਼ਿਫਟ ਨਾਲ ਲੈਫਟ ਜਾਂ ਰਾਈਟ ਐਰੋ ਦੱਬਣਾ ਸੀ। ਠੀਕ ਹੈ, ਸ਼ਿਫਟ ਨਾਲ ਇੱਥੇ ਦੱਬਣਾ ਕੰਟਰੋਲ ਦੇ ਨਾਲ, ਇੱਥੇ ਆਪਾਂ ਕੰਟਰੋਲ ਦੇ ਨਾਲ ਸ਼ਿਫਟ ਦੱਬਣੀ ਹੈ। ਠੀਕ ਹੈ, ਜੇ ਗੱਲ ਯਾਦ ਰੱਖਿਓ ਬੱਚੋ, ਇਹ ਧਿਆਨ ਨਾਲ ਯਾਦ ਕਰ, ਰੱਟੇ ਲਾ ਲਓ ਇਹ ਪ੍ਰਸ਼ਨ ਦੇ ਵੀ। ਇਸ ਤੋਂ ਬਾਅਦ ਅਗਲਾ ਕਹਿੰਦੇ ਜੇਕਰ ਆਪਾਂ ਸੈੱਟ ਕਰਨੀ ਹੈ ਡਬਲ ਸਪੇਸਿੰਗ ਤਾਂ ਆਪਾਂ ਨੂੰ ਕਿਹੜੀ ਕੀ ਦੱਬਣੀ ਪਵੇਗੀ, ਕੀ ਕਰਨੀ ਹੈ ਮਤਲਬ 2 ਡਬਲ ਸਪੇਸ ਦੇਣਾ ਗਾ, 2 ਸਪੇਸ ਦੇ 2 ਲਾਈਨਾਂ ਦਾ ਸਪੇਸ ਦੇਣਾ ਤਾਂ ਆਪਾਂ ਕੀ ਦੱਬਾਂਗੇ ਕੰਟਰੋਲ 2 ਦੱਬਾਂਗੇ ਆਪਾਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਜੇ ਆਪਾਂ 1.5 ਇੰਚ ਦਾ 1.5 ਲਾਈਨ ਦਾ ਗੈਪ ਦੇਣਾ ਗਾ ਸਪੇਸ ਦੇਣਾ ਤਾਂ ਆਪਾਂ ਕੰਟਰੋਲ 5 ਦੱਬਾਂਗੇ। ਜੇ ਆਪਾਂ 1 ਲਾਈਨ ਰਿਮੂਵ ਕਰਨੀ ਤਾਂ ਆਪਾਂ ਕੰਟਰੋਲ O ਦੱਬਾਂਗੇ। ਠੀਕ ਹੈ, ਇਸ ਤੋਂ ਬਾਅਦ ਕੰਟਰੋਲ ਅਲਟ O ਤੋਂ ਕੀ ਬਣੇਗਾ, ਕੰਟਰੋਲ ਦੱਬਦਾ ਫਿਰ ਅਲਟ ਦੱਬਦਾ O ਤੋਂ ਕੀ ਬਣੂਗਾ, ਇਹ ਤੋਂ ਬਣੂਗਾ ਪ੍ਰਿੰਟ ਲੇਆਊਟ ਵਿਊ। ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਨਿਊ ਪੇਜ ਓਪਨ ਕਿਵੇਂ ਕਰਾਂਗੇ ਆਪਾਂ ਕੰਟਰੋਲ ਪਲੱਸ N ਤੋਂ ਆਪਾਂ ਨਿਊ ਪੇਜ ਓਪਨ ਕਰ ਲਾਂਗੇ। ਜੇ ਆਪਾਂ ਪਹਿਲਾਂ ਨੂੰ ਜਸਟੀਫਾਈ ਕਰਨਾ ਉਹਦੇ ਵਾਸਤੇ ਆਪਾਂ ਕੀ ਦੱਬਾਂਗੇ ਕੰਟਰੋਲ ਪਲੱਸ J, ਇਹ ਤੋਂ ਜਸਟੀਫਾਈ ਹੋ ਜਾਊਗਾ। ਇਹ ਤੋਂ K ਤੋਂ ਹੋ ਜਾਊਗਾ ਹਾਈਪਰ ਲਿੰਕ, B ਤੋਂ ਜੇ ਆਪਾਂ ਅੱਖਰ ਪਾਉਣੇ ਆ ਬੋਲਡ ਭਾਸ਼ਾ ਦੇ ਵਿੱਚ। ਇਨਸਰਟ ਕਰਨੀ ਆਪਾਂ ਨਿਊ ਸਲਾਈਡ ਪਾਵਰ ਪੁਆਇੰਟ ਦੇ ਵਿੱਚ ਤਾਂ ਆਪਾਂ ਕੀ ਦੱਬਾਂਗੇ ਨਿਊ ਸਲਾਈਡ ਵਾਸਤੇ A ਨੰਬਰ ਆਪਸ਼ਨ ਕੰਟਰੋਲ ਪਲੱਸ M। ਨੈਟਵਰਕ ਲੇਅਰ ਦੇ ਵਿੱਚ ਡਾਟਾ ਨੂੰ ਕੀ ਕਿਹਾ ਜਾਂਦਾ, ਨੈਟਵਰਕ ਲੇਅਰ ਦੇ ਵਿੱਚ ਡਾਟਾ ਨੂੰ ਕਿਹਾ ਜਾਂਦਾ ਭਾਈ ਸੈਗਮੈਂਟ ਨਹੀਂ ਪੈਕਟ ਸੌਰੀ ਪੈਕਟ ਕਿਹਾ ਜਾਂਦਾ। ਨੈਟਵਰਕ ਲੇਅਰ ਦੇ ਵਿੱਚ ਡਾਟਾ ਨੂੰ ਪੈਕਟ ਕਿਹਾ ਜਾਂਦਾ ਹੈਗਾ। ਠੀਕ ਹੈ, ਅਤੇ ਐਪਲੀਕੇਸ਼ਨ ਲੇਅਰ ਦੇ ਵਿੱਚ ਡਾਟਾ ਨੂੰ ਡਾਟੀ ਕਿਹਾ ਜਾਂਦਾ ਹੈਗਾ। ਇਹ ਨੰਬਰ ਆਪਸ਼ਨ OSI ਦੀ ਸਭ ਤੋਂ ਲਾਸਟ ਵਾਲੀ ਲੇਅਰ ਕਿਹੜੀ ਹੈ, ਸਭ ਤੋਂ ਪਹਿਲੀ ਲੇਅਰ ਹੁੰਦੀ ਹੈ ਆਪਣੀ ਫਿਜ਼ੀਕਲ ਲੇਅਰ ਅਤੇ ਸਭ ਤੋਂ ਲਾਸਟ ਵਾਲੀ ਹੁੰਦੀ ਹੈ ਆਪਣੀ ਐਪਲੀਕੇਸ਼ਨ ਲੇਅਰ। ਠੀਕ ਹੈ, ਅਤੇ ਇਹਦਾ ਆਨਸਰ ਪੁੱਛੇ ਲਾਸਟ ਵਾਲੀ ਪੁੱਛੀ ਹੈ ਤਾਂ ਲਾਸਟ ਵਾਲੀ ਹੈਗੀ ਆਪਣੀ ਐਪਲੀਕੇਸ਼ਨ ਲੇਅਰ OSI ਓਪਨ ਸੋਰਸ ਇੰਟਰਕਨੈਕਸ਼ਨ। ਠੀਕ ਹੈ, ਅਤੇ ਇਹ ਪ੍ਰਸ਼ਨ ਭਾਈ ਬਹੁਤ ਇੰਪੋਰਟੈਂਟ ਪ੍ਰਸ਼ਨ ਸੀ ਜਿਹੜੇ ਤੁਹਾਨੂੰ ਕਰਵਾਏ ਆ ਅਤੇ ਚੰਗੀ ਤਰ੍ਹਾਂ ਯਾਦ ਕਰ ਲਿਓ। ਤਾਂ ਹੁਣ ਤੁਹਾਨੂੰ ਮੈਂ 1-2 ਫੈਕਟ ਹੋਰ ਕਰਵਾਉਣ ਲੱਗਿਆ, ਧਿਆਨ ਨਾਲ ਦੇਖਿਓ। ਠੀਕ ਹੈ ਮੇਰੇ ਦੋਸਤੋ, ਦੇਖੋ ਸਭ ਤੋਂ ਪਹਿਲੀ ਲੇਅਰ ਹੈਗੀ ਆਪਣੀ ਫਿਜ਼ੀਕਲ ਲੇਅਰ, ਦੁੱਗ 'ਤੇ ਹੈਗੀ ਡਾਟਾ ਲਿੰਕ ਲੇਅਰ, ਤਿੱਗ 'ਤੇ ਹੈਗੀ ਨੈਟਵਰਕ ਲੇਅਰ, ਫਿਰ ਟਰਾਂਸਪੋਰਟ, ਫਿਰ ਸੈਸ਼ਨ, ਫਿਰ ਪ੍ਰੈਜੈਂਟੇਸ਼ਨ, ਫਿਰ ਐਪਲੀਕੇਸ਼ਨ। ਪਹਿਲੀ ਅਤੇ ਲਾਸਟ ਦਾ ਤੁਸੀਂ ਭੁੱਲਣੀ ਨਹੀਂ, ਇਹ ਗੱਲ ਯਾਦ ਰੱਖਣੀ। ਪਹਿਲੀ ਲੇਅਰ ਅਤੇ ਲਾਸਟ ਲੇਅਰ ਇਹ ਤੁਸੀਂ ਭੁੱਲੇ, ਥੱਲੇ ਤੋਂ ਕੰਮ ਚੱਲਦਾ ਹੁੰਦਾ ਗਾ। ਪਹਿਲੀ ਲੇਅਰ ਆਹ ਹੈ, ਦੂਜੀ ਆਹ, ਤੀਜੀ ਆਹ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਨੀਚੇ ਤੋਂ ਕੰਮ ਚੱਲਦਾ। ਠੀਕ ਹੈ, ਫਿਜ਼ੀਕਲ ਲੇਅਰ ਦੇ ਵਿੱਚ ਡਾਟਾ ਨੂੰ ਬਿਟਸ ਕਿਹਾ ਜਾਂਦਾ ਗਾ, ਡਾਟਾ ਲਿੰਕ ਲੇਅਰ ਦੇ ਵਿੱਚ ਡਾਟਾ ਨੂੰ ਫਰੇਮ ਕਿਹਾ ਜਾਂਦਾ ਗਾ, ਨੈਟਵਰਕ ਦੇ ਵਿੱਚ ਡਾਟਾ ਨੂੰ ਪੈਕਟ ਕਿਹਾ ਜਾਂਦਾ ਅਤੇ ਟਰਾਂਸਪੋਰਟ ਦੇ ਵਿੱਚ ਡਾਟਾ ਨੂੰ ਸੈਗਮੈਂਟ ਕਿਹਾ ਜਾਂਦਾ। ਇਹਨਾਂ ਦੇ ਵਿੱਚੋਂ ਜੇ ਪ੍ਰਸ਼ਨ ਬਣੂਗਾ, ਇਹਨਾਂ ਦੇ ਵਿੱਚੋਂ 101% ਪ੍ਰਸ਼ਨ ਬਣੂਗਾ। ਠੀਕ ਹੈ, ਦੁਬਾਰੇ ਫੇਰ ਦੇਖ ਲਓ ਭਾਈ ਇੱਕ ਵਾਰੀ। ਫਿਜ਼ੀਕਲ ਲੇਅਰ ਦੇ ਵਿੱਚ ਡਾਟਾ ਨੂੰ ਬਿਟਸ, ਡਾਟਾ ਲਿੰਕ ਲੇਅਰ ਦੇ ਵਿੱਚ ਫਰੇਮ, ਨੈਟਵਰਕ ਦੇ ਵਿੱਚ ਪੈਕਟ ਅਤੇ ਟਰਾਂਸਪੋਰਟ ਦੇ ਵਿੱਚ ਸੈਗਮੈਂਟ ਕਿਹਾ ਜਾਂਦਾ। ਗੱਲ ਦਿਮਾਗ 'ਚ ਬਿਠਾ ਲਓ ਆਪਦੇ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਆਹ ਚੀਜ਼, ਕਹਿੰਦੇ ਸਭ ਤੋਂ ਛੋਟਾ ਹੁੰਦਾ ਬਿੱਟ। 4 ਬਿੱਟ ਦਾ ਕੀ ਬਣਦਾ ਇੱਕ ਨਿੱਬਲ, 8 ਬਿੱਟ ਦਾ ਕੀ ਬਣਦਾ ਇੱਕ ਬਾਈਟ, 1024 ਬਾਈਟ ਦਾ ਬਣਦਾ KB ਤੋਂ ਬਣਦਾ MB GB ਟੇਰਾ ਪੇਟਾ ਐਕਸਾ ਜੈਟਾ। ਠੀਕ ਹੈ, ਇਹ ਮੈਂਬਰੀਆਂ ਭਾਈ ਸਾਰੀਆਂ ਯਾਦ ਕਰ ਲਿਓ। 1024 KB ਤੋਂ 1024 ਇੱਕ MB ਬਣਦਾ, 1024 MB ਤੋਂ ਇੱਕ GB ਬਣਦਾ, 1024 GB ਤੋਂ ਇੱਕ TB ਬਣਦਾ, 1024 TB ਤੋਂ ਪੈਟਾ ਬਣਦਾ, 1024 ਪੈਟਾ ਤੋਂ ਐਕਸਾ ਬਣਦਾ, 1024 ਐਕਸਾ ਤੋਂ ਜੈਟਾ ਬਣੂਗਾ। ਜੈਟਾ ਲਿਖਿਆ ਨਹੀਂ ਹੈਗਾ। ਸਭ ਤੋਂ ਵੱਡੀ ਜਿਹੜੀ ਮੈਂਬਰੀ ਦੀ ਕਿਸਮ ਹੈਗੀ ਉਹ ਹੈਗੀ ਹੈ ਜੈਟਾ। ਓਕੇ, ਇਹ ਗੱਲ ਯਾਦ ਰੱਖਣੀ ਹੈ। ਤਾਂ ਦੇਖ ਲਓ ਭਾਈ ਟੇਬਲ ਰੋਕ ਕੇ। ਠੀਕ ਹੈ, ਨਿਗਾਹ ਮਾਰ ਲਿਓ ਇੱਕ ਵਾਰੀ ਇਹ 'ਤੇ ਵੀ। ਬਸ ਆਹ ਨਹੀਂ ਚੀਜ਼ ਯਾਦ ਕਰਨੀ, ਓਨਲੀ ਬਸ ਤੁਸੀਂ ਆਹ ਚੀਜ਼ ਦੇਖ ਲਿਓ ਇੱਕ ਵਾਰੀ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ।
ਆ ਪਿਆ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਕਿਹੜੇ ਹੁੰਦੇ, ਜਿਵੇਂ MS ਜਿਹੜਾ ਆਪਰੇਟਿੰਗ ਸਿਸਟਮ ਹੁੰਦੇ, ਜਿਹੜੇ ਸਿਸਟਮ ਨੂੰ ਸਿਸਟਮ ਸੌਫਟਵੇਅਰ ਕਿਹੜੇ ਹੁੰਦੇ, ਜਿਹੜੇ ਸਿਸਟਮ ਨੂੰ ਆਪਰੇਟ ਕਰਦੇ ਆ, ਆਪਰੇਟਿੰਗ ਸਿਸਟਮ। ਠੀਕ ਹੈ, ਡਰਾਈਵਰ ਜਿਹੜੇ ਚਲਾਉਂਦੇ ਆ ਕੰਪਿਊਟਰ ਨੂੰ ਆਪਣੇ ਵਿੱਚੋਂ, ਅਤੇ ਟਰਾਂਸਲੇਟਰ ਜਿਹੜੇ ਵੀਡੀਓ ਨੂੰ ਆਪਾਂ ਨੂੰ ਟਰਾਂਸਲੇਟ ਕਰਦੇ ਆ, ਆਪਣੀਆਂ ਭਾਸ਼ਾ ਨੂੰ ਟਰਾਂਸਲੇਟਰ ਕਰਦੇ ਆ, ਅਤੇ ਲੋਡਰ ਜਿਹੜੇ ਇੱਕ ਥਾਂ ਤੋਂ ਡਾਟਾ ਲੈ ਕੇ ਦੂਸਰੀ ਥਾਂ 'ਤੇ ਸੈਂਡ ਕਰਦੇ ਆ। ਇਹ ਸਾਰੇ ਕੀ ਹੈ, ਸਿਸਟਮ ਸੌਫਟਵੇਅਰ ਦੇ ਪਾਰਟ ਹੈ। ਐਪਲੀਕੇਸ਼ਨ ਸੌਫਟਵੇਅਰ ਕਿਹੜੇ ਹੁੰਦੇ, ਜਿਵੇਂ ਕਿ MS Office ਹੋ ਗਿਆ, ਬਰਾਊਜ਼ਰ ਹੋ ਗਿਆ, ਗੇਮਾਂ ਹੋ ਗਈਆਂ, ਇਹ ਸਾਰੇ ਕੀ ਆਪਣੇ ਐਪਲੀਕੇਸ਼ਨ ਸੌਫਟਵੇਅਰ ਹੈ। ਯੂਟੀਲਿਟੀ ਉਹ ਹੁੰਦੇ ਜਿਹੜੇ ਆਪਣੇ ਐਂਟੀਵਾਇਰਸ ਨੂੰ ਰਿਮੂਵ ਕਰਦੇ ਆ, ਆਪਾਂ ਨੂੰ ਬੈਕਅਪ ਦਿੰਦੇ ਆ। ਠੀਕ ਹੈ, ਅਤੇ ਆਪਣੀ ਆਡੀਓ ਵੀਡੀਓ ਨੂੰ ਕੱਟ ਕਰਦੇ, ਉਹ ਸਾਰੇ ਕੰਮ ਕਰਦੇ ਆ ਯੂਟੀਲਿਟੀ ਸੌਫਟਵੇਅਰ। ਆਹ ਤਾਂ ਯੂਟੀਲਿਟੀ ਸੌਫਟਵੇਅਰ ਹੈ, ਆਹ ਐਪਲੀਕੇਸ਼ਨ ਸੌਫਟਵੇਅਰ ਹੈ, ਆਹ ਸਿਸਟਮ ਸੌਫਟਵੇਅਰ ਹੈ। ਆਹ ਦੇਖ ਲਓ, ਜਿਹੜੀ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀ ਉਹਨਾਂ ਦੇ ਵਿੱਚ ਮਸ਼ੀਨ ਲੈਂਗੁਏਜ ਵਰਤੀ ਜਾਂਦੀ ਸੀ ਅਤੇ ਵੈਕਿਊਮ ਟਿਊਬ। ਦੂਜੀ ਜਨਰੇਸ਼ਨ ਦੇ ਵਿੱਚ ਟਰਾਂਜ਼ਿਸਟਰ ਵਰਤੇ ਜਾਂਦੇ ਸੀ, ਅਸੈਂਬਲੀ ਲੈਂਗੁਏਜ ਵਰਤੀ ਜਾਂਦੀ ਸੀ। ਤੀਸਰੀ ਜਨਰੇਸ਼ਨ ਦੇ ਵਿੱਚ IC ਵਰਤੀ ਜਾਂਦੀ ਸੀ, ਇੰਟੀਗ੍ਰੇਟਡ ਸਰਕਟ, ਜਿਹੜੇ ਕਿ ਸਿਲੀਕੌਨ ਦੇ ਬਣੇ ਹੁੰਦੇ ਸੀ, ਤਾਂ ਇਹਦੇ ਵਿੱਚ ਕੋਬੋਲ ਅਤੇ ਫੋਰਟਨ ਲੈਂਗੁਏਜ ਵਰਤੀ ਜਾਂਦੀ ਸੀ। ਇਸ ਤੋਂ ਬਾਅਦ ਫੋਰਥ ਜਨਰੇਸ਼ਨ ਦੇ ਵਿੱਚ VLC ਵੈਰੀ ਲਾਰਜ ਸਕੇਲ ਇੰਟੀਗ੍ਰੇਟਡ ਵਰਤੀ ਜਾਂਦੀ ਸੀ, ਅਤੇ ਇਹਦੇ ਵਿੱਚ C++ ਲੈਂਗੁਏਜ ਵਰਤੀ ਜਾਂਦੀ ਸੀ। ਫਿਫਥ ਜਨਰੇਸ਼ਨ ਜਿਹੜੀ ਅੱਜ ਦੀ ਜਨਰੇਸ਼ਨ ਹੈ, ਇਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਅਲਟਰਾ ਲਾਰਜ ਸਕੇਲ ਇੰਟੀਗ੍ਰੇਟਡ ਵਰਤਿਆ ਜਾਂਦਾ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ, ਇੱਕ ਵਾਰ ਦੁਬਾਰਾ ਫਿਰ ਰੀਡ ਕਰ ਲਿਓ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਦੇਖੋ, ਇਹਦੇ ਵਿੱਚ ਜਿਹੜੇ ਤੁਹਾਨੂੰ ਦੱਸੂਗਾ ਉਹੀ ਯਾਦ ਕਰਨੇ ਆ, ਹੋਰ ਐਕਸਟਰਾ ਕੁਛ ਵੀ ਯਾਦ ਨਹੀਂ ਕਰਨਾ ਇਹਦੇ 'ਚੋਂ। ਜਦੋਂ ਕੋਈ ਆਪਾਂ ਨਿਊ ਪੇਜ ਓਪਨ ਕਰਨਾ ਤਾਂ ਕੰਟਰੋਲ ਨਿਊ ਦੱਬਾਂਗੇ। ਜਦੋਂ ਆਪਾਂ ਪੇਜ ਨੂੰ ਓਪਨ ਕਰਨਾ ਗਾ, ਠੀਕ ਹੈ, ਤਾਂ O ਦੱਬਾਂਗੇ। ਜਦੋਂ ਆਪਾਂ ਕਿਸੇ ਡਾਕੂਮੈਂਟ ਨੂੰ ਸੇਵ ਕਰਨਾ S ਦੱਬਾਂਗੇ। ਜੇਕਰ ਆਪਾਂ ਕੋਈ ਡਾਇਲੋਗ ਬਾਕਸ ਦੇ ਵਿੱਚ ਕੋਈ ਚੀਜ਼ ਸੇਵ ਕਰਨੀ ਹੈ F12 ਦੱਬਾਂਗੇ। ਜੇ ਆਪਾਂ W ਨਾਲ ਕੀ ਕਰਾਂਗੇ, ਕਲੋਜ਼। ਜੇ ਆਪਾਂ ਕਿਸੇ ਡਾਕੂਮੈਂਟ ਨੂੰ ਕਲੋਜ਼ ਕਰਨਾ ਹੈ ਤਾਂ ਉਦੋਂ ਆਪਾਂ W ਦੱਬਾਂਗੇ। X ਦਾ ਮਤਲਬ ਹੁੰਦਾ ਓਂਡੋ ਅਤੇ Y ਦਾ ਮਤਲਬ ਹੁੰਦਾ ਰੀਡੋ। ਓਕੇ, ਇਹ ਗੱਲ ਯਾਦ ਰੱਖਣੀ ਹੈ। ਦੇਖੋ, ਆਹ ਸਾਰੇ ਚੰਗੀ ਤਰ੍ਹਾਂ ਯਾਦ ਕਰ ਲਓ। ਠੀਕ ਹੈ, ਜਿਹੜੇ ਮੈਂ ਮਾਰਕ ਕਰਿਆ ਹੋਇਆ, ਦੁਬਾਰਾ ਫੇਰ ਦੱਸ ਦਿੰਦਾ ਕਿਹੜੇ ਚੰਗੀ ਤਰ੍ਹਾਂ ਰੀਡ ਕਰਨੇ ਆ। ਆਹ ਵਾਲੇ ਇੰਨੇ ਚੰਗੀ ਤਰ੍ਹਾਂ ਰੀਡ ਕਰ ਲਿਓ। ਠੀਕ ਹੈ, ਆਹ ਭਾਈ ਤੇ ਚੰਗੀ ਤਰ੍ਹਾਂ ਯਾਦ ਕਰਨੇ ਆ, ਤਾਂ ਇਹ ਤਾਂ ਕਿਸੇ ਹਿਸਾਬ 'ਤੇ ਵੀ ਤੁਸੀਂ ਛੱਡਣੇ ਨਹੀਂ ਹੈਗੇ। ਠੀਕ ਹੈ, ਇਸ ਤੋਂ ਬਾਅਦ ਆਹ ਵੀ ਯਾਦ ਕਰ ਲਿਓ, ਇਹ ਰਹਿਣ ਤੋਂ ਚੱਲੋ। ਆਊਟਲਾਈਨ ਅਤੇ ਡਰਾਫਟ ਵਿਊ, ਜਦੋਂ ਆਪਾਂ ਕੰਟਰੋਲ ਦੇ ਨਾਲ ਆਲਟ ਦੱਬ ਕੇ O ਦੱਬਾਂਗੇ ਤਾਂ ਆਊਟਲਾਈਨ ਵਿਊ ਆ ਜਾਊਗਾ। ਜੇ ਆਪਾਂ ਕੰਟਰੋਲ ਆਲਟ ਨਾਲ N ਦੱਬ ਦਾਂਗੇ ਤਾਂ ਡਰਾਫਟ ਵਿਊ ਆ ਜਾਊਗਾ। ਇਹ ਵੀ ਗੱਲ ਯਾਦ ਰੱਖਣਾ, ਦੋ ਯਾਦ ਕਰ ਲਿਓ। F1 ਵੀ ਯਾਦ ਕਰ ਲਿਓ। ਜਿਹੜੇ ਕਹੀਏ ਨਾ ਬਸ ਉਹੀ ਯਾਦ ਕਰਨੇ ਆ। F2 ਨਹੀਂ, F1 ਤੋਂ ਕੀ ਕਰਦੇ ਹਾਂ ਆਪਾਂ, ਕਿਸੇ ਵੀ ਡਾਕੂਮੈਂਟ ਦੀ ਕੋਈ ਹੈਲਪ ਲੈਣੀ ਹੈ ਨਾ F1 ਦੇ ਨਾਲ ਆਪਾਂ ਉਹ ਕਰਾਂਗੇ। ਠੀਕ ਹੈ, ਕੰਟਰੋਲ F ਤੋਂ ਆਪਾਂ ਕੋਈ ਡਾਕੂਮੈਂਟ ਫਾਈਂਡ ਕਰਨਾ ਜਾਂ ਸਰਚ ਕਰਨਾ ਗਾ। ਅਤੇ ਆਹ ਤੁਹਾਨੂੰ ਕਰਵਾ ਕੇ ਗਿਆ ਗਾ, ਕਹਿੰਦੇ ਜੇ ਆਪਾਂ ਯੂਅਰ ਕਰੰਟ ਸਿਲੈਕਸ਼ਨ ਦੇ ਵਿੱਚੋਂ ਇੱਕ ਕਰੈਕਟਰ ਆਪਾਂ ਐਕਸਟੈਂਡ ਕਰਨਾ ਤਾਂ ਸ਼ਿਫਟ ਦੇ ਨਾਲ ਲੈਫਟ ਜਾਂ ਰਾਈਟ ਐਰੋ। ਜੇਕਰ ਆਪਾਂ ਐਕਸਟੈਂਡ ਕਰਨਾ ਗਾ ਇੱਕ ਅੱਖਰ ਤਾਂ ਕੰਟਰੋਲ ਸ਼ਿਫਟ ਪਲੱਸ ਲੈਫਟ ਜਾਂ ਰਾਈਟ ਐਰੋ, ਇਹ ਕਰਨਾ ਗਾ। ਠੀਕ ਹੈ, ਜੇ ਆਪਾਂ ਇੱਕ ਲਾਈਨ ਥੱਲੇ ਜਾਣਾ ਗਾ, ਠੀਕ ਹੈ, ਅਪ ਜਾਂ ਡਾਊਨ, ਆਪਾਂ ਇੱਕ ਲਾਈਨ ਜਾਂ ਤਾਂ ਉੱਪਰ ਜਾਣਾ ਥੱਲੇ ਜਾਣਾ, ਆਪਾਂ ਕੀ ਦੱਬਾਂਗੇ ਸ਼ਿਫਟ ਦੇ ਨਾਲ ਅਪ ਜਾਂ ਡਾਊਨ ਐਰੋ ਕੀ ਹੁੰਦੇ ਆ, ਆਹ ਅਪ ਜਾਂ ਡਾਊਨ ਐਰੋ। ਲੈਫਟ ਜਾਂ ਰਾਈਟ ਐਰੋ, ਆਹ ਲੈਫਟ ਜਾਂ ਰਾਈਟ ਐਰੋ ਹੁੰਦੇ ਆ, ਅਪ ਜਾਂ ਡਾਊਨ ਐਰੋ ਹੁੰਦੇ ਆ। ਠੀਕ ਹੈ, ਇਸ ਤੋਂ ਬਾਅਦ ਕਹਿੰਦੇ ਜੇ ਆਪਾਂ ਜਮਾ ਐਂਡ 'ਤੇ ਜਾਣਾ ਪਹਿਲੇ ਗ੍ਰਾਫ ਦੇ ਵਿੱਚ ਤਾਂ ਕੀ ਕਰਾਂਗੇ, ਕੰਟਰੋਲ ਦੇ ਨਾਲ ਸ਼ਿਫਟ ਨੱਪ ਦਾਂਗੇ। ਠੀਕ ਹੈ, ਅਪ ਜਾਂ ਡਾਊਨ ਐਰੋ। ਇਹ ਤੁਸੀਂ ਰੱਟਾ ਲਾ ਕੇ ਯਾਦ ਕਰੋ, ਜਿਵੇਂ ਮਰਜ਼ੀ ਯਾਦ ਕਰੋ, ਪਰ ਯਾਦ ਤੁਹਾਨੂੰ ਪੁੱਤਰੋਂ ਕਰਨੇ ਪੈਣਗੇ। ਹੋਰ ਕੁਛ ਯਾਦ ਕਰਨ ਦੀ ਕੋਈ ਲੋੜ ਨਹੀਂ ਇਹਦੇ 'ਚੋਂ। ਆਹ ਯਾਦ ਕਰ ਲਓ, ਦੋ ਬਸ। ਕਹਿੰਦੇ ਜੇਕਰ ਆਪਾਂ ਕੋਈ ਲਾਈਨ ਬ੍ਰੇਕ ਕਰਨੀ ਹੈ, ਤੋੜਨੀ ਹੈ ਲਾਈਨ, ਤਾਂ ਕਿਵੇਂ ਕਰਾਂਗੇ, ਸ਼ਿਫਟ ਦੇ ਨਾਲ ਐਂਟਰ ਦੱਬ ਦਾਂਗੇ। ਜੇ ਆਪਾਂ ਪੇਜ ਬ੍ਰੇਕ ਕਰਨਾ ਤਾਂ ਕੰਟਰੋਲ ਦੇ ਨਾਲ ਐਂਟਰ ਦੱਬ ਦਾਂਗੇ ਤਾਂ ਪੇਜ ਬ੍ਰੇਕ ਹੋ ਜਾਊਗਾ। ਜੇ ਸ਼ਿਫਟ ਦੇ ਨਾਲ ਐਂਟਰ ਦੱਬ ਦਾਂਗੇ ਤਾਂ ਲਾਈਨ ਬ੍ਰੇਕ ਹੋ ਜਾਊਗਾ। ਇਹ ਗੱਲ ਵੀ ਧਿਆਨ ਦੇਖ ਲਓ। ਦੇਖੋ ਦੋਸਤੋ, ਇਹਨਾਂ ਕੰਪਿਊਟਰ ਦਾ ਸਾਰਾ ਲੈਕਚਰ ਆਪਣਾ ਨਿਬੜ ਗਿਆ।
ਤੇ ਇਹ ਲੈਕਚਰ ਪੂਰੇ ਧਿਆਨ ਨਾਲ ਲਾਇਓ, ਜਿੰਨੇ ਵੀ ਮੈਂ MCQ ਕਰਵਾਇਆ ਪੂਰੇ ਧਿਆਨ ਨਾਲ ਲਾਉਣੇ ਆ, ਕੋਈ ਵੀ ਚੀਜ਼ ਤੁਸੀਂ ਮਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਭੁੱਲ ਕੇ ਵੀ, ਠੀਕ ਹੈ। ਬਹੁਤ ਹਾਈ ਲੈਵਲ ਦਾ ਪੇਪਰ ਹੈ ਇਹਦੇ 'ਚ। ਦੇਖੋ ਬੇਸਿਕ ਚੀਜ਼ਾਂ ਤਾਂ ਮੈਂ ਤੁਹਾਨੂੰ ਇਹਦੇ ਬਣਾਉਣੇ ਹੁੰਦੇ 100 MCQ ਵੀ ਬਣਾ ਦਿੰਦਾ, ਪਰ ਉਹ ਤਾਂ ਇੱਕ ਵੀਡੀਓ ਲੰਬੀ ਕਰਨ ਦਾ ਤਰੀਕਾ ਹੋ ਜਾਂਦਾ, ਠੀਕ ਹੈ, ਕਿ ਆਪਾਂ ਵੀਡੀਓ ਲੰਬੀ ਲੈ ਕੇ ਜਾਣੀ ਹੈ। ਤਾਂ ਜੇ ਮੈਂ ਇਹਦੇ 150 ਕੁਐਸਚਨ ਵੀ ਬਣਾ ਸਕਦਾ ਸੀ ਇਹਦੇ ਵਿੱਚੋਂ, ਠੀਕ ਹੈ, ਪਰ ਉਹ ਕੰਮ ਵਾਸਤੇ ਆਪਣੇ ਕੋਲ ਟਾਈਮ ਹੈ ਨਹੀਂ। ਆਪਣੇ ਕੋਲ ਟਾਈਮ ਹੈਗਾ ਭਾਈ ਹੁਣ ਕਰ ਦਿੰਦਾ, ਜਲਦੀ ਤੋਂ ਜਲਦੀ ਜਿੰਨਾ ਵੀ ਕੁਛ ਕਰਵਾਇਆ ਤਾਂ ਚੰਗੀ ਤਰ੍ਹਾਂ ਯਾਦ ਕਰ ਲਓ ਪੁੱਤਰੋ। ਧੰਨਵਾਦ ਮੇਰੇ ਦੋਸਤੋ। ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡੇ ਵਾਸਤੇ ਇੰਨੀ ਮਿਹਨਤ ਕਰਦੇ ਹਾਂ ਤਾਂ ਤੁਹਾਡਾ ਵੀ ਹੱਕ ਬਣਦਾ ਗਾ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਭਾਈ। ਸਾਡਾ ਤਾਂ ਕਾਹਦਾ ਹੁਣ ਆਪਣਾ ਹੀ ਹੈ ਸਾਰਿਆਂ ਦਾ, ਜੇ ਤੁਸੀਂ ਇੱਕ ਤਰ੍ਹਾਂ ਨਾਲ ਮੈਂਬਰ ਹੀ ਬਣ ਗਏ ਆਪਣੇ, ਠੀਕ ਹੈ ਮੇਰੇ ਦੋਸਤੋ। ਅਤੇ ਜਿਉਂਦੇ ਵੱਧਦੇ ਰਹੋ ਭਾਈ। ਅਤੇ ਪੇਪਰ ਪੂਰੇ ਵਧੀਆ ਤਰੀਕੇ ਨਾਲ ਕਰਕੇ ਆਉਣਾ। ਤੁਹਾਨੂੰ ਮੈਂ ਜਾਣ ਤੋਂ ਪਹਿਲਾਂ ਵੀ ਇੱਕ ਵੀਡੀਓ ਪ੍ਰੋਵਾਈਡ ਕਰਵਾਊਂਗਾ। ਧੰਨਵਾਦ ਮੇਰੇ ਦੋਸਤੋ।